71ਵੇਂ ਸ਼ਲੋਕ ਅੰਦਰ ਭਗਤ ਜੀ ਫਰਮਾਨ ਕਰਦੇ ਹਨ, ਕਬੀਰ ਐਸੀ ਹੋਏ ਪਰੀ, ਮਨ ਕੋ ਭਾਵਤ ਕੀਨ, ਮਰਨੇ ਤੇ ਕਿਆ ਡਰਪਨਾ, ਜਬ ਹਾਥ ਸਿਧੌਰਾ ਲੀਨ। ਸਿਧੌਰਾ ਸੰਧੂਰ ਨਾਲ ਲਿਬੇੜੇ ਹੋਏ ਨਾਲੀਏਰ ਨੂੰ ਆਖਦੇ ਸਨ। ਹਿੰਦੁਸਤਾਨ ਅੰਦਰ ਸਤੀ ਪ੍ਰਥਾ ਬੜੀ ਪ੍ਰਸਿੱਧ ਰਹੀ। ਗੁਰਮਤਿ ਨੇ ਇਸ ਪ੍ਰਥਾ ਦਾ ਖੰਡਨ ਕੀਤਾ ਹੈ। ਹਰ ਗਿਆਨਵਾਨ ਪੁਰਸ਼ ਨੇ, ਜਿਸ ਨੇ ਵੀ ਇਨਸਾਨ ਵਿੱਚ ਭਗਵਾਨ ਦੀ ਜੋਤ ਦੇ ਦੀਦਾਰ ਕੀਤੇ, ਉਸ ਨੇ ਇਸ ਰਸਮ ਨੂੰ ਪੂਰੀ ਤਰ੍ਹਾਂ ਰੋਕਣ ਲਈ ਯਤਨ ਕੀਤਾ, ਕਿਉਂਕਿ ਇਹ ਬੇਇਨਸਾਫੀ ਸੀ। ਪਹਿਲੇ ਇਸ ਰਸਮ ਦੇ ਸੰਬੰਧ ਵਿੱਚ ਸੰਖੇਪ ਵਿੱਚ ਜਾਣ ਲੈਣਾ ਜ਼ਰੂਰੀ ਹੈ। ਜਦੋਂ ਵੀ ਕਿਸੇ ਇਸਤਰੀ ਦੇ ਪਤੀ ਦੀ ਮੌਤ ਹੋ ਜਾਂਦੀ ਤਾਂ ਉਸ ਇਸਤਰੀ ਲਈ ਇਹ ਲਾਜ਼ਮੀ ਕਰਾਰ ਕਰ ਦਿੱਤਾ ਗਿਆ ਕਿ ਉਹ ਸੁਹਾਗਣਾ ਵਾਲਾ ਸ਼ਿੰਗਾਰ ਕਰਕੇ ਹੱਥ ਵਿੱਚ ਸੰਦੂਰ ਨਾਲ ਲਿਬੜਿਆ ਹੋਇਆ ਨਾਲੀਏਰ ਥਾਲੀ ਵਿੱਚ ਰੱਖ ਕੇ ਲੈ ਕੇ ਹੱਥ ਵਿੱਚ, ਜਿਸ ਵੇਲੇ ਪਤੀ ਨੂੰ ਚਿਖਾ ਤੇ ਚੜ੍ਹਾ ਕੇ ਅੱਗ ਦਿੱਤੀ ਜਾਏ, ਉਹ ਔਰਤ ਜ਼ਿੰਦਾ ਜੀ ਉਸ ਚਿਖਾ ਵਿੱਚ ਬੈਠ ਕੇ ਨਾਲ ਜਲ ਜਾਏਗੀ, ਸੜ ਜਾਏਗੀ, ਸਤੀ ਹੋ ਜਾਏਗੀ। ਲਾਲਚ ਇਹ ਦਿੱਤਾ ਜਾਂਦਾ ਕਿ ਚਿਖਾ ਤੇ ਪਤੀ ਦੇ ਨਾਲ ਸੜ ਜਾਣ ਵਾਲੀ ਔਰਤ ਵਿਧਵਾ ਨਹੀਂ, ਕਿਉਂਕਿ ਉਹ ਨਾਲ ਹੀ ਜਾ ਰਹੀ ਹੈ। ਅਗਾਂਹ ਸਾਥ ਇਸੇ ਪਤੀ ਦਾ ਉਸ ਨੂੰ ਫਿਰ ਮਿਲ ਜਾਣਾ ਹੈ। ਉਹ ਸੁਹਾਗਣ ਹੀ ਹੈ। ਸੁਹਾਗਣ ਦਾ ਸ਼ਿੰਗਾਰ ਵੀ ਇਸੇ ਲਈ ਕਰਾਇਆ ਜਾਂਦਾ। ਢੋਲ ਢਮੱਕਾ ਹੁੰਦਾ, ਸ਼ੋਰ ਸ਼ਰਾਬਾ ਹੁੰਦਾ। ਜੇ ਕੋਈ ਇਸਤਰੀ ਐਸਾ ਕਰਨ ਤੋਂ ਇਨਕਾਰ ਕਰਦੀ, ਉਸ ਨਾਲ ਜ਼ੋਰ ਜ਼ਬਰਦਸਤੀ ਵੀ ਕੀਤੀ ਜਾਂਦੀ, ਭਾਵੇਂ ਉਸ ਵਿਚਾਰੀ ਨੇ ਸਾਰੀ ਜ਼ਿੰਦਗੀ ਇਸ ਮਰਦ ਦੇ ਨਾਲ ਨਰਕ ਵਿੱਚ ਕੱਟੀ ਹੋਵੇ। ਇਹ ਆਦਮੀ ਬਦ-ਅਖਲਾਕ ਹੋਵੇ, ਨਸ਼ਈ ਹੋਵੇ, ਭੰਗੜ ਹੋਵੇ, ਕੌਡੀ ਕਮਾ ਕੇ ਇਸ ਨੇ ਲਿਆਂਦੀ ਨਾ ਹੋਵੇ, ਇਸਤਰੀ ਨਾਲ ਮਾਰ ਕੁੱਟ ਕੀਤੀ ਹੋਵੇ, ਸਮਾਜ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ। ਫਿਰ ਨਾਲ ਸਰੀਰ ਦੇ ਜਲਿਆਂ ਕੋਈ ਆਤਮਾ ਥੋੜ੍ਹੀ ਨਾਲ ਚਲੇ ਜਾਂਦੀ ਹੈ। ਪੌਰ ਕਦੋਂ ਦਾ ਉਡਾਰੀ ਪਤੀ ਦੇ ਸਰੀਰ ਵਿੱਚੋਂ ਮਾਰ ਚੁੱਕਾ ਹੈ। ਹੋਰ ਧੱਕੇ ਦੀ ਗੱਲ ਸੀ ਕਿ ਹਰ ਇਸਤਰੀ ਨੂੰ ਤਾਂ ਮਜਬੂਰ ਕੀਤਾ ਜਾਂਦਾ ਕਿ ਉਹ ਪਤੀ ਨਾਲ ਚਿਖਾ ਤੇ ਸੜ ਕੇ ਸਤੀ ਹੋਵੇ, ਲੇਕਿਨ ਇੱਕ ਵੀ ਆਦਮੀ ਕਦੀ ਸਤਾ ਨਾ ਹੋਇਆ ਜੋ ਆਪਣੀ ਇਸਤਰੀ ਦੇ ਨਾਲ ਚਿਖਾ ਤੇ ਜ਼ਿੰਦਾ ਸੜੇ ਕਿ ਮੈਂ ਇਸ ਦੇ ਸਾਥ ਅਗਾਂਹ ਵੀ ਰਹਿਣਾ ਹੈ। ਅੱਤ ਦਾ ਧੱਕਾ ਸੀ ਇਸਤਰੀ ਜਾਤੀ ਦੇ ਉੱਪਰ। ਸਤਿਗੁਰੂ ਦੇ ਦਰਬਾਰ ਤੋਂ ਇਸ ਰਸਮ ਦੇ ਖਿਲਾਫ ਭਰਪੂਰ ਆਵਾਜ਼ ਉਠਾਈ ਗਈ। ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਤਾਂ ਬੜੀ ਵੱਡੀ ਬਗਾਵਤ ਇਸ ਦੇ ਖਿਲਾਫ ਕੀਤੀ। ਸਤੀ ਕਰਨ ਲਈ ਲੈ ਜਾਣ ਵਾਲੀ ਔਰਤ ਨੂੰ ਸਮਾਜ ਧੱਕੇ ਨਾਲ ਸ਼ਿੰਗਾਰ ਕੇ ਲੈ ਤੁਰਦਾ।
ਲੇਕਿਨ ਗੁਰੂ ਅਮਰਦਾਸ ਮਹਾਰਾਜ ਜੀ ਰਸਤੇ ਵਿੱਚ ਖੜੋ ਗਏ। ਇਹ ਬੇਇਨਸਾਫੀ ਹੈ। ਉਹ ਵਿਚਾਰੀ ਰੋ ਰਹੀ ਹੈ, ਤੁਸੀਂ ਢੋਲ ਵਜਾ ਰਹੇ ਹੋ। ਹਜ਼ੂਰ ਨੇ ਇਸ ਰਸਮ ਨੂੰ ਰੋਕਣ ਲਈ ਅਤਿਅੰਤ ਯਤਨ ਕੀਤੇ। ਉਹ ਭਾਵੇਂ ਨਰਕ ਵਿੱਚੋਂ ਛੁੱਟੀ ਹੋਵੇ ਕਿ ਐਡੇ ਭੈੜੇ ਆਦਮੀ ਤੋਂ ਛੁਟਕਾਰਾ ਮਿਲਿਆ ਹੈ, ਪਰ ਸਮਾਜ ਨੂੰ ਇਸ ਗੱਲ ਨਾਲ ਕੀ? ਪੁਜਾਰੀ ਨੂੰ ਤਾਂ ਇਹ ਹੈ, ਇਹ ਔਰਤ ਸੜ ਮਰੇਗੀ, ਜੋ ਥੋੜ੍ਹਾ ਬਹੁਤ ਧਨ ਪਦਾਰਥ ਗਹਿਣਾ ਗੱਟਾ ਇਸ ਦਾ ਹੈ ਉਹ ਮੈਨੂੰ ਮਿਲ ਜਾਏਗਾ। ਇਸਤਰੀ ਨੂੰ ਅਨਪੜ੍ਹ ਰੱਖਿਆ ਗਿਆ। ਇਸਤਰੀ ਨੂੰ ਪੈਰ ਦੀ ਜੁੱਤੀ ਆਖਦੇ ਰਹੇ। ਇਸਤਰੀ ਨੂੰ ਮੁਰਦਾ ਪਤੀ ਦੀ ਚਿਖਾ ਵਿੱਚ ਜਲਾ ਦਿੰਦੇ ਰਹੇ। ਇੰਨੇ ਧੱਕੇ ਕੀਤੇ ਗਏ ਜਿਨ੍ਹਾਂ ਦਾ ਕੋਈ ਹਿਸਾਬ ਹੀ ਨਹੀਂ। ਮਰਦ ਪ੍ਰਧਾਨ ਸਮਾਜ ਵਿੱਚ ਇਹ ਬੇਇਨਸਾਫੀ ਸੀ। ਕਬੀਰ ਜੀ ਇਸ ਗੱਲ ਦੇ ਹੱਕ ਵਿੱਚ ਨਹੀਂ, ਲੇਕਿਨ ਉਹ ਇੱਕ ਮਿਸਾਲ ਇਸੇ ਸਤੀ ਪ੍ਰਥਾ ਦੀ ਇੱਕ ਖਾਸ ਕਿਰਿਆ ਵਿੱਚੋਂ ਦੇ ਰਹੇ ਹਨ ਕਿ ਜਿਸ ਵੇਲੇ ਸਤੀ ਕਰਨਾ ਹੁੰਦਾ, ਸੁਹਾਗਣ ਦਾ ਸ਼ਿੰਗਾਰ ਪਹਿਨਾ ਕੇ ਉਸ ਔਰਤ ਨੂੰ ਨਾਲੀਏਰ ਸੰਦੂਰ ਨਾਲ ਲਿਬੇੜ ਕੇ ਅਭਿਮੰਤਰਿਤ ਕਰਕੇ ਉਸ ਦੇ ਹੱਥ ਫੜਾ ਦਿੱਤਾ ਜਾਂਦਾ, ਪਕੜਾ ਦਿੱਤਾ ਜਾਂਦਾ। ਔਰ ਇਹ ਸ਼ਰਤ ਸੀ, ਜਿਸ ਵੇਲੇ ਵੀ ਇਹ ਨਾਲੀਏਰ ਹੱਥ ਵਿੱਚ ਪਕੜ ਲਿਆ ਗਿਆ, ਉਸ ਤੋਂ ਬਾਅਦ ਇਹ ਇਸਤਰੀ ਸਤੀ ਹੋਣ ਤੋਂ ਇਨਕਾਰ ਕਰਨ ਦੀ ਅਧਿਕਾਰੀ ਹੀ ਨਹੀਂ ਸੀ ਰਹਿ ਜਾਂਦੀ। ਉਹ ਰੋਏ, ਕੁਰਲਾਏ, ਚੀਖੇ, ਬਿਠਾ ਦਿੱਤੀ ਜਾਂਦੀ ਚਿਖਾ ਤੇ। ਇੰਨੀ ਗੱਲ ਨੂੰ ਲਿਆ ਹੈ ਕਬੀਰ ਜੀ ਨੇ ਕਿ ਜਦ ਸੰਦੂਰ ਲਿਬੜਿਆ, ਨਾਲੀਏਰ ਹੱਥ ਵਿੱਚ ਪਕੜ ਹੀ ਲਿਆ ਹੈ, ਤਾਂ ਹੁਣ ਸਤੀ ਹੋਣਾ ਹੀ ਲਾਜ਼ਮੀ ਹੈ। ਮਤਲਬ ਇਹ ਹੈ ਕਿ ਇੱਕ ਉਸ ਸਟੇਜ ਤੇ ਪਹੁੰਚ ਗਏ ਹਾਂ ਜਿੱਥੋਂ ਵਾਪਸ ਪਰਤਣ ਦਾ ਸਵਾਲ ਨਹੀਂ। ਲੇਕਿਨ ਕਬੀਰ ਜੀ ਵੀ ਕਮਾਲ ਦੇ ਕਰਾਮਾਤੀ ਪੁਰਸ਼ ਨੇ। ਲਫ਼ਜ਼ਾਂ ਨਾਲ ਉਹਨਾਂ ਨੂੰ ਖੇਡਣਾ ਆਉਂਦਾ ਹੈ, ਸ਼ਬਦਾਂ ਵਿੱਚ ਜਾਨ ਭਰ ਦਿੰਦੇ ਨੇ। ਬੇਸ਼ੱਕ ਇਹ ਧੱਕੇ ਦੀ ਰਸਮ ਸੀ, ਲੇਕਿਨ ਉਸ ਵਿੱਚੋਂ ਵੀ ਇੱਕ ਗੱਲ ਚੰਗੀ ਚੁਣ ਲਈ ਕਿ ਜਦ ਹੱਥ ਨਾਲੀਏਰ ਪਕੜ ਲਿਆ ਹੈ, ਹੁਣ ਸਤੀ ਹੋਣਾ ਹੈ, ਮੌਤ ਦਾ ਮੁਕਾਬਲਾ ਸਾਹਮਣੇ ਹੋ ਕਰਨਾ ਹੈ। ਗੁਰਬਾਣੀ ਅੰਦਰ ਐਸੀਆਂ ਕਈ ਮਿਸਾਲਾਂ ਨੇ। ਨਾਮਦੇਵ ਜੀ ਨੇ ਬੜੇ ਪਿਆਰੇ ਲਫ਼ਜ਼ ਵਰਤੇ ਨੇ। ਕੋਈ ਸਾਡਾ ਸਮਾਜ ਇਹ ਇਜਾਜ਼ਤ ਨਹੀਂ ਦਿੰਦਾ ਕਿ ਕੋਈ ਇਸਤਰੀ ਪਰ ਪੁਰਖ ਦੇ ਪਿਆਰ ਵਿੱਚ ਹੋਵੇ, ਜਾਂ ਪਰ ਇਸਤਰੀ ਨਾਲ ਕੋਈ ਪਰਾਇਆ ਮਰਦ ਪ੍ਰੇਮ ਬਣਾਏ। ਸਮਾਜ ਦੀ ਰੀਤੀ ਨਹੀਂ ਰਹੀ। ਲੇਕਿਨ ਸਾਰੇ ਸਮਾਜ ਦੀ ਮਾਨਤਾ ਨੂੰ ਠੋਕਰ ਮਾਰ ਕੇ ਕਿਸੇ ਨੇ ਪਿਆਰ ਕੀਤਾ ਹੈ। ਇਸ ਨਜ਼ਰੀਏ ਨੂੰ ਦੇਖ ਕੇ ਭਗਤ ਜੀ ਨੇ ਲਿਖ ਦਿੱਤਾ, ਕਾਮੀ ਪੁਰਖ ਕਾਮਨੀ ਪਿਆਰੀ। ਜਾਂ ਇਹ ਲਿਖਿਆ, ਜੈਸੇ ਪਰ ਪੁਰਖਾ ਰਤ ਨਾਰੀ, ਐਸੀ ਨਾਮੇ ਪ੍ਰੀਤ ਮੁਰਾਰੀ। ਸਮਾਜ ਦੀ ਪ੍ਰਵਾਹ ਨਹੀਂ। ਵਿੱਚੋਂ ਨੁਕਤਾ ਇਹ ਲਿਆ ਹੈ ਕਿ ਦੁਨੀਆ ਕੀ ਆਖਦੀ ਹੈ, ਸਮਾਜ ਕੀ ਕਹਿੰਦਾ ਹੈ, ਮੈਨੂੰ ਪ੍ਰਵਾਹ ਨਹੀਂ। ਸਮਾਜ ਤੇ ਆਖਦਾ ਹੈ ਦੌੜ ਦੌਲਤ ਵੱਲ, ਮੇਰਾ ਝੁਕਾਅ ਪਰਮਾਤਮਾ ਵੱਲ ਬਣ ਗਿਆ ਹੈ। ਜੋ ਮਰਜ਼ੀ ਇਹ ਸਮਾਜ ਆਖੇ, ਮੈਨੂੰ ਪ੍ਰਵਾਹ ਨਹੀਂ, ਮੇਰੀ ਪ੍ਰੀਤ ਬਣ ਗਈ। ਐਸੀ ਨਾਮੇ ਪ੍ਰੀਤ ਮੁਰਾਰੀ। ਇਉਂ ਹੀ ਸਤੀ ਦੀ ਰਸਮ ਦੀ ਭਗਤ ਕਬੀਰ ਜੀ ਕੋਈ ਪ੍ਰੋੜਤਾ ਨਹੀਂ ਕਰ ਰਹੇ, ਲੇਕਿਨ ਉਸ ਵਿੱਚੋਂ ਇੱਕ ਕਰਮ ਨੂੰ ਉਹਨਾਂ ਨੇ ਚੁਣਿਆ ਹੈ ਕਿ ਸਿੰਦੌਰਾ ਸੰਦੂਰ ਨਾਲ ਲਿਬੜਿਆ ਨਾਲੀਏਰ ਹੱਥ ਵਿੱਚ ਪਕੜ ਲਿਆ ਹੈ, ਹੁਣ ਜਲਣਾ ਹੈ, ਪ੍ਰਵਾਹ ਨਹੀਂ।
ਪਰ ਕਬੀਰ ਜੀ ਇਸ ਨੁਕਤੇ ਨੂੰ ਬੰਦਗੀ ਦੇ ਰਾਹ ਤੇ ਲੈ ਕੇ ਗਏ ਨੇ। ਜਿਸ ਮਨੁੱਖ ਨੂੰ ਪ੍ਰਭੂ ਨੇ ਕਿਰਪਾ ਕਰਕੇ ਮਨ ਭਾਉਂਦੀ ਭਗਤੀ ਦੀ ਦਾਤ ਬਖਸ਼ ਦਿੱਤੀ ਔਰ ਖਿਆਲ ਰਹੇ ਪਰਮਾਤਮਾ ਸਦਾ ਬਖਸ਼ਣ ਲਈ ਤਿਆਰ ਹੈ। ਭੰਡਾਰ ਭਰੇ ਭਗਤੀ ਹਰ ਤੇਰੇ, ਜਿਸ ਭਾਵੈ ਤਿਸ ਦੇ ਵਾਈ। ਬੰਦਗੀ ਦੇ ਭੰਡਾਰ ਉਸ ਦੇ ਭਰੇ ਹੋਏ ਨੇ, ਮਿਲਦੇ ਵੀ ਉਸ ਦੀ ਬਖਸ਼ਿਸ਼ ਨਾਲ ਨੇ। ਆਪ ਜਪਾਏ ਜਪੈ ਸੋ ਨਾਮ। ਪਰ ਇੱਕ ਸ਼ਰਤ ਸਾਨੂੰ ਵੀ ਪੂਰੀ ਕਰਨੀ ਪਵੇਗੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪ੍ਰਮਾਤਮਾ ਜਿਸ ਨੂੰ ਭਗਤੀ ਬਖਸ਼ਦਾ ਹੈ ਉਹੀ ਕਰਦਾ ਹੈ। ਬਿਲਕੁਲ ਸੱਚ ਹੈ। ਲੇਕਿਨ ਇਸ ਦਾ ਭਾਵ ਇਹ ਵੀ ਨਹੀਂ ਕਿ ਪ੍ਰਮਾਤਮਾ ਕੋਈ ਵਿਤਕਰਾ ਕਰਦਾ ਹੈ ਕਿ ਮੈਂ ਨਾਮ ਖਜ਼ਾਨਾ ਇਸ ਨੂੰ ਦੇਣਾ ਹੈ, ਇਸ ਨੂੰ ਨਹੀਂ ਦੇਣਾ। ਫਿਰ ਤਾਂ ਇਹ ਬੇਇਨਸਾਫੀ ਹੋ ਜਾਏਗੀ। ਨਹੀਂ ਕੋਈ ਜਪਦਾ ਜਾਂ ਭਟਕਦਾ ਫਿਰਦਾ ਹੈ ਤਾਂ ਦੋਸ਼ ਪ੍ਰਮਾਤਮਾ ਨੂੰ ਜਾਏਗਾ। ਇਨਸਾਨ ਆਪਣੀ ਜ਼ਿੰਮੇਵਾਰੀ ਤੋਂ ਪੂਰੀ ਤਰ੍ਹਾਂ ਮੁੱਕਰ ਸਕਦਾ ਹੈ, ਪਰ ਨਹੀਂ। ਇੱਕ ਸ਼ਰਤ ਇਸ ਇਨਸਾਨ ਨੂੰ ਵੀ ਪੂਰੀ ਕਰਨੀ ਪਵੇਗੀ। ਕਬੀਰ ਜੀ ਦੇ ਇਹਨਾਂ ਬਚਨਾਂ ਵਿੱਚ ਹੀ ਉਹ ਨੁਕਤਾ ਛੁਪਿਆ ਹੋਇਆ ਹੈ। ਉਹ ਕਹਿੰਦੇ ਨੇ ਹੋ ਤਾਂ ਗਿਆ, ਘਟਨਾ ਤਾਂ ਵਰਤ ਗਈ, ਵਰਤੀ ਉਸ ਦੀ ਕਿਰਪਾ ਨਾਲ ਹੀ, ਇਸ ਤੋਂ ਇਨਕਾਰੀ ਨਹੀਂ ਹਨ। ਕਬੀਰ ਐਸੀ ਹੋਏ ਪਰੀ। ਪਰ ਕੈਸੀ ਹੋਏ ਪਰੀ? ਕੀ ਹੋਇਆ? ਮਨ ਕੋ ਪਾਵਤ ਕੀਨ। ਜੋ ਮਨ ਨੂੰ ਪਾਉਂਦਾ ਸੀ ਉਹ ਹੋ ਗਿਆ ਹੈ। ਮਨ ਨੂੰ ਪਾਉਂਦੀ ਦਾਤ ਮਾਲਕ ਨੇ ਬਖਸ਼ ਦਿੱਤੀ। ਇੰਨਾ ਤਾਂ ਇਨਸਾਨ ਹੋਣ ਦੇ ਨਾਤੇ ਸਾਨੂੰ ਫਰਜ਼ ਨਿਭਾਉਣਾ ਹੀ ਪਵੇਗਾ ਕਿ ਅਸੀਂ ਸਨੇਹ ਭਗਤੀ ਵੱਲ ਬਣਾਈਏ। ਸੋਚੀਏ ਤਾਂ ਸਹੀ ਕਿ ਸਾਨੂੰ ਇਹ ਖਜ਼ਾਨਾ ਮਿਲ ਜਾਏ। ਦਿਲ ਦੀ ਗਹਿਰਾਈ ਤੋਂ ਝੁਕ ਕੇ ਉਸ ਮਾਲਕ ਪਾਸੋਂ ਬੰਦਗੀ ਦੀ ਦੌਲਤ ਮੰਗਣ ਵਾਲਾ ਤਾਂ ਕੋਈ ਹੋਵੇ। ਮਨ ਨੂੰ ਭਾਉਂਦੀ ਤੇ ਮੰਗੇਗਾ ਨਾ ਦਾਤ। ਜੋ ਅਸੀਂ ਮੰਗਦੇ ਹਾਂ ਮਾਲਕ ਪਾਸੋਂ, ਸਾਡੇ ਮੰਗਣ ਦੇ ਪਿੱਛੇ ਸਾਡਾ ਮਨ ਖੜੋਤਾ ਹੈ। ਜੋ ਮਨ ਨੂੰ ਚੰਗਾ ਲੱਗਦਾ ਹੈ ਉਹ ਮੰਗਦਾ ਹੈ। ਵਡਭਾਗੀ ਨੇ ਉਹ ਪੁਰਸ਼ ਜੋ ਮਾਲਕ ਦੀ ਇਬਾਦਤ ਮੰਗਦੇ ਹਨ, ਪਰਮਾਤਮਾ ਦੀ ਭਗਤੀ ਦੀ ਦਾਤ ਮੰਗਦੇ ਹਨ। ਉਹ ਮਿਲ ਗਈ, ਮਨ ਨੂੰ ਪਾਉਂਦੀ ਗੱਲ ਬਣ ਗਈ। ਕਬੀਰ ਜੀ ਕਹਿੰਦੇ ਨੇ ਬੜੀ ਕਿਰਪਾ ਹੋਈ, ਨਿਰੰਕਾਰ ਦੀ ਬਖਸ਼ਿਸ਼ ਹੋ ਗਈ। ਭਗਤੀ ਦੇ ਭੰਡਾਰ ਮਾਲਕ ਨੇ ਬਖਸ਼ੇ ਤੇ ਜਿਸ ਨੂੰ ਇਹ ਬਖਸ਼ ਦਿੱਤੇ ਉਹ ਮਨੁੱਖ ਖੁਸ਼ੀ ਖੁਸ਼ੀ ਆਪਣਾ ਆਪਾ ਭਾਵ ਤਿਆਗ ਦਿੰਦਾ ਹੈ। ਜਿਵੇਂ ਕੋਈ ਸਤੀ ਹੋਣ ਵਾਲੀ ਔਰਤ ਜਿਸ ਨੇ ਹੱਥ ਵਿੱਚ ਸੰਧੂਰ ਨਾਲ ਲਿਬੜਿਆ ਹੋਇਆ ਨਾਲੀਏਰ ਪਕੜ ਲਿਆ ਹੋਵੇ ਤੇ ਫਿਰ ਉਹ ਮਰਨ ਤੋਂ ਡਰੇ ਨਾ। ਡਗਮਗ ਛਾੜ ਰੇ ਮਨ ਬੌਰਾ, ਅਬ ਤੋ ਜਰੇ ਮਰੇ ਸਿੱਧ ਪਾਈਐ, ਲੀਨੋ ਹਾਥ ਸਿੰਦੌਰਾ। ਸੰਸਾਰ ਦੀ ਹਾਲਤ ਤਾਂ ਕੁਝ ਇਸ ਤਰ੍ਹਾਂ ਹੈ। ਕਾਮ ਕ੍ਰੋਧ ਮਾਇਆ ਕੇ ਲੀਨੇ, ਯਾ ਬਿਦ ਜਗਤ ਬੇਗੂਤਾ। ਖੁਆਰ ਹੋ ਰਿਹਾ ਹੈ, ਲੁੱਟਿਆ ਜਾ ਰਿਹਾ ਹੈ ਇਹ ਸੰਸਾਰ ਕਾਮ ਕ੍ਰੋਧ ਮਾਇਆ ਵਿੱਚ ਲੀਨ ਹੋ ਕੇ। ਪਰ ਕਬੀਰ ਜੀ ਕਹਿੰਦੇ ਨੇ ਮੈਂ ਇੱਕ ਗੱਲ ਪੱਕੀ ਪੱਲੇ ਬੰਨ ਲਈ, ਕਹਿ ਕਬੀਰ ਰਾਜਾ ਰਾਮ ਨ ਛੋਡੋ, ਸਗਲ ਊਚ ਤੇ ਊਚਾ। ਮੈਂ ਤਾਂ ਸਿੰਧੌਰਾ ਹੱਥ ਪਕੜ ਲਿਆ, ਪ੍ਰਣ ਕਰ ਲਿਆ ਹੈ ਤੇ ਇਸ ਨੂੰ ਪਗਾਉਣਾ ਹੈ ਕਿ ਬੰਦਗੀ ਹੀ ਮੇਰੀ ਦੌਲਤ ਹੈ, ਮੇਰਾ ਖਜ਼ਾਨਾ ਹੈ। ਇਸੇ ਨਾਲ ਹੀ ਮੈਂ ਅਮੀਰ ਹਾਂ।
ਔਰ ਇਹ ਸ਼ਰਤ ਪੂਰੀ ਕਰਨੀ ਪੈਂਦੀ ਹੈ। ਸਤਿਗੁਰੂ ਗੁਰੂ ਮਹਾਰਾਜ ਜੀ ਨੇ ਵੀ ਬਾਣੀ ਵਿੱਚ ਪੰਚਮ ਪਾਤਸ਼ਾਹ ਜੀ ਨੇ ਫਰਮਾਇਆ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ, ਤੋ ਆਓ ਹਮਾਰੇ ਪਾਸ। ਮਰਨਾ ਮੰਨਣਾ ਪਵੇਗਾ, ਕਬੂਲ ਕਰਨਾ ਪਵੇਗਾ। ਜਿੰਨੀ ਦੇਰ ਮੈਂ ਲਗਾ ਰੱਖੀ ਹੈ, ਹੰਕਾਰ ਦੇ ਸਿਖਰ ਉਠਾ ਰੱਖੇ ਨੇ, ਓਨੀ ਦੇਰ ਗੱਲ ਬਣਨ ਵਾਲੀ ਨਹੀਂ। ਮਾਲਕ ਨਾਲ ਜੁੜਨਾ ਹੈ ਤਾਂ ਮੈਂ ਛੱਡਣੀ ਹੋਵੇਗੀ। ਇਸੇ ਨੂੰ ਮਰਨਾ ਆਖਿਆ ਹੈ। ਇਸ ਨੂੰ ਪਹਿਲੇ ਪ੍ਰਵਾਨ ਕਰ, ਸਾਰਿਆਂ ਦੀ ਚਰਨ ਧੂੜ ਬਣ ਜਾ, ਇੰਨਾ ਵਿਨਿਮਰ ਹੋ ਜਾ, ਨਿਮਰਤਾ ਧਾਰਨ ਕਰ, ਤਾਂ ਆਓ ਹਮਾਰੇ ਪਾਸ। ਪਰਮਾਤਮਾ ਨੂੰ ਤਾਂ ਕੋਈ ਇਨਕਾਰ ਨਹੀਂ, ਉਸ ਦਾ ਦੁਆਰ ਤਾਂ ਸਦਾ ਖੁੱਲ੍ਹਾ ਹੈ, ਕਦੀ ਬੰਦ ਨਹੀਂ। ਪਰ ਪ੍ਰਵੇਸ਼ ਉਸੇ ਨੂੰ ਮਿਲਦਾ ਹੈ ਜੋ ਨਿਮਰਤਾ ਧਾਰਨ ਕਰਦਾ ਹੈ, ਮੈਂ ਤਿਆਗਦਾ ਹੈ। ਕਬੀਰ ਜੀ ਕਹਿੰਦੇ ਨੇ, ਬੜੀ ਕਿਰਪਾ ਹੋਈ, ਮਨ ਨੂੰ ਪਾਉਂਦੀ ਸੀ ਪ੍ਰਭੂ ਦੀ ਦਾਤ ਔਰ ਮਿਲ ਗਈ। ਕਬੀਰ ਐਸੀ ਹੋਏ ਪਰੀ, ਇਹ ਘਟਨਾ ਵਰਤ ਗਈ, ਤੇ ਹੁਣ ਵੀ ਉਸ ਦੇ ਰਾਹ ਤੇ ਮੈਂ ਆਪਾ ਨਾ ਮਿਟਾਵਾਂ। ਇਹ ਕਿਵੇਂ ਹੋ ਸਕਦਾ ਹੈ? ਇਹ ਘਟਨਾ ਦਰਅਸਲ ਇਕੱਠੀਆਂ ਹੀ ਵਰਤਦੀਆਂ ਨੇ। ਮੈਂ ਮਿਟਦੀ ਏ, ਮਾਲਕ ਮਿਲ ਜਾਂਦਾ ਹੈ। ਮੈਂ ਖੜੀ ਹੁੰਦੀ ਏ, ਮਾਲਕ ਤੋਂ ਟੁੱਟ ਜਾਈਦਾ ਹੈ, ਆਪ ਕਰਤੇ ਬਣ ਜਾਈਦਾ ਹੈ। ਪਰ ਮੇਰੇ ਉੱਪਰ ਇਹ ਰਹਿਮਤ ਹੋ ਗਈ ਹੈ, ਇਹ ਘਟਨਾ ਵਰਤ ਗਈ ਹੈ ਕਿ ਮੈਂ ਮਿਟ ਗਈ ਹੈ। ਮੌਤ ਦਾ ਕੋਈ ਡਰ ਹੀ ਨਹੀਂ। ਜਿਸ ਨੇ ਮੈਂ ਮਾਰ ਲਈ, ਉਸ ਨੂੰ ਮੌਤ ਦਾ, ਫਿਰ ਸਰੀਰਕ ਮੌਤ ਦਾ ਵੀ ਭੌ ਨਹੀਂ ਰਹਿ ਜਾਂਦਾ। ਉਹਨੇ ਸਿੰਦੌਰਾ ਪਕੜਿਆ, ਪ੍ਰਣ ਕੀਤਾ ਤੇ ਆਪਾ ਗਵਾ ਦਿੱਤਾ। ਆਪਾ ਗਵਾਉਂਦਿਆਂ ਹੀ ਉਸ ਮਾਲਕ ਨਾਲ ਅਭੇਦ ਹੋ ਗਿਆ। ਹੁਣ ਅਕਾਲ ਪੁਰਖ ਨਾਲ ਅਭੇਦ ਹੋਏ ਨੂੰ ਮੌਤ ਦਾ ਕੈਸਾ ਭਉ। ਮਰਨੇ ਤੇ ਕਿਆ ਡਰਪਨਾ, ਜਬ ਹਾਥ ਸਿਧੌਰਾ ਲੀਨ। ਜਦੋਂ ਅੰਦਰ ਭਾਵਨਾ ਬਣੇ ਕਿ ਪ੍ਰਭੂ ਮਿਲਾਪ, ਉਸ ਪਰਮ ਆਨੰਦ ਨੂੰ ਪਾਉਣਾ ਹੈ, ਮਨੁੱਖਾ ਜਨਮ ਦਾ ਇਹ ਮਨੋਰਥ ਹੈ, ਉਸ ਵੇਲੇ ਮੈਂ ਵੱਲੋਂ ਮਰ ਜਾਣਾ ਹੀ ਬਿਹਤਰ ਹੈ। ਮਾਲਕ ਮਿਲੇਗਾ, ਉਸ ਵੱਲੋਂ ਵਿਤਕਰਾ ਨਹੀਂ। ਔਰ ਮਨੁੱਖਾ ਜ਼ਿੰਦਗੀ ਦਾ ਇਹੀ ਵੱਡਾ ਗੁਣ ਹੈ। ਇਸ ਗੁਣ ਨੂੰ ਗ੍ਰਹਿਣ ਕਰਨ ਵਾਸਤੇ ਉਦਮਸ਼ੀਲ ਬਣੋ। 72ਵੇਂ ਸ਼ਲੋਕ ਵਿੱਚ ਭਗਤ ਕਬੀਰ ਜੀ ਨੇ ਫਰਮਾਇਆ, ਕਬੀਰ ਰਸ ਕੋ ਗਾਂਡੋ ਚੂਸੀਐ, ਗੁਣ ਕੋ ਮਰੀਐ ਰੋਏ। ਅਵਗੁਣ ਯਾਰੈ ਮਾਨਸੈ, ਭਲੋ ਨ ਕਹਿ ਹੈ ਕੋਏ। ਰਸ ਦਾ ਸਵਾਦ ਲੈਣ ਵਾਸਤੇ ਗੰਨੇ ਨੂੰ ਚੂਸਦੇ ਹਾਂ। ਗੰਨੇ ਦੀ ਲੱਕੜੀ, ਛਿਲਕਾ ਜੋ ਹੈ, ਉਹ ਵੀ ਮੂੰਹ ਵਿੱਚ ਪਾਇਆ ਜਾਂਦਾ ਹੈ, ਨਪੀੜੀ ਦਾ ਹੈ ਦੰਦਾਂ ਨਾਲ, ਤੇ ਉਸ ਦਾ ਰਸ ਪ੍ਰਾਪਤ ਕਰੀਦਾ ਹੈ। ਗੰਨੇ ਨੂੰ ਚੂਸਿਆ ਜਾਂਦਾ ਹੈ ਰਸ ਪ੍ਰਾਪਤ ਕਰਨ ਵਾਸਤੇ। ਗੁਣ ਪ੍ਰਾਪਤ ਕਰਨ ਵਾਸਤੇ ਤੇਰੇ ਅੰਦਰ ਇਸ ਤਰ੍ਹਾਂ ਦੀ ਬਿਰਤੀ ਹੋਣੀ ਚਾਹੀਦੀ ਹੈ, ਗੁਣ ਕੋ ਮਰੀਐ ਰੋਏ। ਆਪਾ ਮਿਟਾ ਕੇ ਗੁਣ ਮਿਲੇਗਾ, ਇਹ ਯਾਦ ਰਹੇ। ਜਦੋਂ ਵੀ ਗੁਣ ਪ੍ਰਾਪਤ ਕਰਨਾ ਹੈ, ਹੰਕਾਰ ਲੈ ਕੇ ਜਾਓਗੇ, ਖਾਲੀ ਪਰਤੋਗੇ। ਔਰ ਗੁਣ ਪੱਲੇ ਨਾ ਹੋਵੇ ਤਾਂ ਮਨੁੱਖ ਦੀ ਕੀਮਤ ਹੀ ਕੀ ਹੈ। ਜੇ ਮਨੁੱਖ ਵਾਲੇ ਗੁਣ ਨਾ ਹੋਣ ਤਾਂ ਇਹ ਇਨਸਾਨ ਕੀ ਹੋਇਆ। ਜਿਹੜੀ ਵੀ ਵਸਤੂ ਆਪਣਾ ਗੁਣ ਗਵਾ ਦਿੰਦੀ ਹੈ, ਉਹ ਨਿਕੰਮੀ ਹੋ ਜਾਂਦੀ ਹੈ, ਉਸ ਦੀ ਕੋਈ ਵੈਲਿਊ ਨਹੀਂ ਰਹਿ ਜਾਂਦੀ।
ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਪਸ਼ਟ ਕੀਤਾ ਹੈ, ਇਸ ਮਨੁੱਖਾ ਦੇਹ ਦੇ ਸੰਬੰਧ ਵਿੱਚ ਵੀ ਆਪ ਜੀ ਆਖਦੇ ਨੇ, ਬਿਨ ਗੁਣ ਕਾਮ ਨਾ ਆਵਈ, ਟਹਿ ਢੇਰੀ ਤਨ ਖੇ। ਇਹ ਮਿੱਟੀ ਦਾ ਪੁਤਲਾ ਆਖਰ ਮਿੱਟੀ ਹੋ ਨਿਬੜਿਆ, ਕੋਈ ਇਨਸਾਨੀਅਤ ਵਾਲਾ ਗੁਣ ਪੱਲੇ ਨਹੀਂ ਸੀ। ਕੀ ਇਸ ਦੀ ਸਿਫਤ ਕੀਤੀ ਜਾਏ, ਕਿਸੇ ਕੰਮ ਨਾ ਆਇਆ। ਗੁਣ ਤੋਂ ਬਿਨਾਂ ਮਨੁੱਖਾ ਜ਼ਿੰਦਗੀ ਦਾ ਕੋਈ ਵੀ ਮੁੱਲ ਨਹੀਂ। ਗੁਣ ਵਿਹੂਣ ਮਾਇਆ ਮਲ ਧਾਰੀ, ਵਿਣ ਗੁਣ ਜਨਮ ਮੂਏ ਅਹੰਕਾਰੀ। ਪਰ ਇੱਕ ਉਹ ਵੀ ਨੇ ਜਿਨ੍ਹਾਂ ਨੂੰ ਰਿੜਕਣ ਦੀ ਜਾਚ ਆ ਗਈ ਤੇ ਮੱਖਣ ਪ੍ਰਾਪਤ ਕੀਤਾ, ਮਨੁੱਖਾ ਜ਼ਿੰਦਗੀ ਵਿੱਚ ਕੁਝ ਹਾਸਲ ਕੀਤਾ ਹੈ। ਸਰੀਰ ਸਰੋਵਰ ਗੁਣ ਪ੍ਰਗਟ ਕੀਏ, ਨਾਨਕ ਗੁਰਮੁਖ ਮੱਥ ਤਤ ਕਢੀਏ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ, ਸਰੀਰ ਦੇ ਸਰੋਵਰ ਵਿੱਚ ਗੁਣ ਪ੍ਰਗਟ ਕਰ ਲਏ ਜਿਨ੍ਹਾਂ ਨੇ, ਸਫਲ ਤਾਂ ਉਹੀ ਨੇ। ਤਾਕੀਦ ਵੀ ਕੀਤੀ ਹਜ਼ੂਰ ਨੇ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਫਰਮਾਇਆ, ਔਗਣ ਛੋਡੋ ਗੁਣ ਕਰੋ, ਐਸੇ ਤਤ ਪਰਾਵੋ। ਪਰ ਦੁਨੀਆ ਦੀ ਹਾਲਤ ਬੜੀ ਅਜੀਬ ਹੈ। ਲੋਕ ਅਵਗੁਣਾ ਕੀ ਬੰਨੈ ਗੰਠੜੀ, ਗੁਣ ਨਾ ਵਿਹਾਜੈ ਕੋਏ। ਗੁਣਾਂ ਦਾ ਗ੍ਰਾਹਕ ਹਰ ਆਦਮੀ ਨਹੀਂ। ਕਿੱਡੀ ਬਦਕਿਸਮਤੀ ਦੀ ਗੱਲ ਹੈ। ਗੁਣ ਕਾ ਗਾਹਕ ਨਾਨਕਾ, ਵਿਰਲਾ ਕੋਈ ਹੋਏ। ਲੋਕ ਔਗਣਾਂ ਦੀ ਗੰਢ ਗਠੜੀ ਬੰਨਣ ਵਾਸਤੇ ਤੇ ਦੌੜੇ ਫਿਰਦੇ ਨੇ। ਗੁਣ ਕੋਈ ਵਿਹਾਜਦਾ ਨਹੀਂ। ਨਹੀਂ ਤਾਂ ਤਜਰਬਾ ਕਰਕੇ ਦੇਖੋ। ਹਾਲਾਂਕਿ ਜ਼ਰੂਰਤ ਨਹੀਂ ਕਿਸੇ ਨੂੰ ਪਰਖਣ ਦੀ, ਆਪਣਾ ਆਪਾ ਪਰਖਣਾ ਚਾਹੀਦਾ ਹੈ। ਪਰ ਜੇ ਦੁਨੀਆ ਦੀ ਹਾਲਤ ਜਾਣਨੀ ਹੈ, ਬੜਾ ਆਸਾਨ ਜਿਹਾ ਤਰੀਕਾ ਹੈ। ਇਹ ਗੱਲ ਤਾਂ ਅਸੀਂ ਸਾਰੇ ਹੀ ਸਮਝਦੇ ਹਾਂ ਕਿ ਮੌਤ ਦਾ ਕੋਈ ਭਰੋਸਾ ਨਹੀਂ। ਬਚਪਨ ਵਿੱਚ ਵੀ ਆ ਸਕਦੀ ਹੈ, ਜਵਾਨੀ ਵਿੱਚ ਵੀ ਆ ਸਕਦੀ ਹੈ, ਬੁਢਾਪੇ ਵਿੱਚ ਤਾਂ ਆਏਗੀ ਹੀ। ਆਖਰੀ ਸਟੇਜ ਹੈ। ਪਰ ਦੁਨੀਆ ਦੇ ਕੰਮਾਂ ਕਾਜਾਂ ਤੋਂ ਰਿਟਾਇਰ ਹੋ ਚੁੱਕੇ ਬੰਦੇ ਜਿੱਥੇ ਬੈਠਦੇ ਹੋਣ, ਅਚੰਭੇ ਦੀ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਧਰਮ ਸਥਾਨਾਂ 'ਤੇ ਜਾ ਕੇ ਵੀ ਬੈਠ ਕੇ ਨਿੰਦਾ ਬਖੀਲੀ ਕਰਕੇ ਹੀ ਮੁੜ ਆਉਂਦੇ ਨੇ। ਜਾ ਬੈਠੋ ਇੱਕ ਦਿਨ ਇਹਨਾਂ ਵਿੱਚ, ਗੱਲਾਂ ਸੁਣੋ ਕੀ ਕਰਦੇ ਨੇ। ਤੇ ਅਕਸਰ ਗੁਰੂ ਘਰ ਧਰਮ ਸਥਾਨ 'ਤੇ ਗਏ ਹੋ, ਬੇਨਤੀ ਕਰਕੇ ਦੇਖੋ ਕਿ ਇਤਨੇ ਘੰਟੇ ਚਾਹ ਪਾਣੀ ਛਕ ਕੇ, ਲੰਗਰ ਵੀ ਗੁਰੂ ਕਾ ਵਰਤਦਾ ਹੈ, ਛਕ ਕੇ ਤੇ ਸਾਰਾ ਦਿਨ ਜਿਹੜੀਆਂ ਗੱਲਾਂ ਕਰਦੇ ਹਾਂ, ਜੇ ਇਸ ਦੇ ਥਾਂ ਆਪਾਂ ਸੁਖਮਨੀ ਸਾਹਿਬ ਦੀ ਜਾਂ ਕਿਸੇ ਵੀ ਬਾਣੀ ਦੀ ਵਿਚਾਰ ਸ਼ੁਰੂ ਕਰ ਲਈਏ, ਤੁਹਾਡੇ ਪਾਸ ਇੰਨਾ ਬੈਠਣਾ ਨਹੀਂ। ਗੁਣ ਦਾ ਗ੍ਰਾਹਕ ਵਿਰਲਾ ਮਿਲੇਗਾ। ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਹੀਰਿਆਂ ਦੀ ਦੁਕਾਨ 'ਤੇ ਗ੍ਰਾਹਕ ਟਾਵਾਂ ਟਾਵਾਂ ਜਾਂਦਾ ਹੈ। ਮੂੰਗਫਲੀ ਤਾਂ ਰਕਸ਼ਾ ਚਲਾਉਣ ਵਾਲੇ ਵੀ ਖਰੀਦਦੇ ਨੇ, ਬਾਹਰ ਰੇਹੜੀ 'ਤੇ ਖੜੇ, ਭੀੜ ਲੱਗ ਜਾਂਦੀ ਹੈ। ਹਾਲਾਂਕਿ ਮੂੰਗਫਲੀ ਕੋਈ ਔਗਣ ਨਹੀਂ, ਪਰ ਮੈਂ ਸਸਤੀ ਚੀਜ਼ ਦੀ ਗੱਲ ਕੀਤੀ ਹੈ। ਤੁਸੀਂ ਔਗਣ ਵਿਹਾਜਣ ਵਾਲੇ ਲੱਭਣੇ ਹੋਣ, ਨਿੰਦਾ ਕਿਸੇ ਦੀ ਸ਼ੁਰੂ ਕਰ ਦਿਓ, ਬਿਨਾਂ ਆਖਣ ਤੋਂ ਲੋਕ ਤੁਹਾਡੇ ਪਾਸ ਖੜੋ ਕੇ ਸੁਣਨਗੇ, ਹੈ ਇਹ ਔਗਣ ਵੀ ਉਸ ਵਿੱਚ ਹੈ। ਹਾਲਾਂਕਿ ਇਸ ਵਿੱਚੋਂ ਆਪ ਨੂੰ ਮਿਲਣਾ ਕੁਝ ਨਹੀਂ। ਸਮਾਂ ਬਰਬਾਦ, ਨੀਅਤ ਖਰਾਬ, ਖੱਟਿਆ ਕੀ, ਕਿਸੇ ਪ੍ਰਤੀ ਈਰਖਾ ਨਾਲ ਭਰੋਗੇ। ਸੰਤ ਅਜਿਹਾ ਨਹੀਂ ਕਰਦਾ। ਉਸਨੇ ਇੱਕ ਨਿਯਮ ਪੱਲੇ ਬੰਨ੍ਹ ਲਿਆ ਹੈ ਕਿ ਸੌਦਾ ਕਰਨਾ
ਤੇ ਗੁਣਾਂ ਦਾ ਕਰਨਾ ਹੈ। ਹਜ਼ੂਰ ਕਹਿੰਦੇ ਨੇ ਗੁਣਾ ਕਾ ਹੋਵੈ ਵਾਸੁਲਾ, ਕੱਢ ਵਾਸ ਲਈ ਜਾਏ। ਜੇ ਗੁਣ ਹੋਵਨ ਸਾਜਨਾ, ਮਿਲ ਸਾਂਝ ਕਰੀਜੈ। ਸਾਂਝ ਕਰੀਜੈ ਗੁਣਹ ਕੇਰੀ, ਛੋੜ ਅਵਗੁਣ ਚਲੀਐ। ਜਿੱਥੇ ਵੀ ਜਾਓ, ਉਹ ਕੋਈ ਸਥਾਨ ਹੈ, ਕੋਈ ਮਿੱਤਰ ਦੋਸਤ ਦੇ ਪਾਸ ਗਏ ਹੋ, ਕਿਸੇ ਰਿਸ਼ਤੇਦਾਰ ਦੇ ਸੰਗ ਬੈਠੇ ਹੋ, ਕੇਵਲ ਸਤ ਸੰਗਤ ਹੀ ਸਤ ਸੰਗਤ ਨਹੀਂ, ਹਰ ਸੰਗਤ ਨੂੰ ਸਤ ਸੰਗਤ ਬਣਾਇਆ ਜਾ ਸਕਦਾ ਹੈ ਜੇ ਗੁਣਾਂ ਦੀ ਸਾਂਝ ਦੀ ਗੱਲ ਸ਼ੁਰੂ ਕਰ ਲਓ। ਇਨਸਾਨੀ ਗੁਣ ਕੀ ਨੇ ਤੇ ਉਹਨਾਂ ਦੇ ਗ੍ਰਾਹਕ ਬਣ ਜਾਓ। ਬੈਠ ਕੇ ਕਰੋ ਵਿਚਾਰ, ਕੁਝ ਖੱਟ ਕੇ ਪਰਤੋਗੇ, ਨਿੰਦਾ ਬਖੀਲੀ ਕਰਕੇ ਵਾਪਸ ਆ ਜਾਓਗੇ। ਖੱਟਿਆ ਕੁਝ ਨਹੀਂ, ਗਵਾਇਆ ਬਹੁਤ ਕੀਮਤੀ ਸਰਮਾਇਆ ਹੈ। ਸਵਾਸਾਂ ਦੀ ਪੂੰਜੀ ਕਿਸੇ ਮੁੱਲੋਂ ਮਿਲਣ ਵਾਲੀ ਨਹੀਂ। ਜੇ ਗੁਣ ਪੱਲੇ ਬੰਨ੍ਹ ਲੈ, ਸਤਿਗੁਰੂ ਜੀ ਨੇ ਇੱਕ ਬੜਾ ਪਿਆਰਾ ਫੈਸਲਾ ਦਿੱਤਾ ਹੈ। ਹਜ਼ੂਰ ਕਹਿੰਦੇ ਨੇ, ਨਾਨਕ ਔਗਣ ਜੇਤੜੇ, ਤੇ ਗਲੀ ਜੰਜੀਰ। ਜੇ ਗੁਣ ਹੋਣ ਤਾਂ ਕਟੀਅਨ, ਸੇ ਭਾਈ ਸੇ ਵੀਰ। ਜਿੰਨੇ ਔਗਣ ਪੱਲੇ ਬੰਨ੍ਹ ਲੈਂਦੇ ਹਾਂ, ਓਨੇ ਹੀ ਸੰਗਲ ਆਪਣੇ ਗਲ ਪਾ ਲੈਂਦੇ ਹਾਂ। ਕੋਈ ਦੂਜਾ ਸਾਡੇ ਗਲ ਸੰਗਲ ਨਹੀਂ ਪਾਉਂਦਾ। ਸੱਚ ਤਾਂ ਇਹ ਹੈ ਕਿ ਜਮਦੂਤ ਵੀ ਸਾਡੇ ਗਲ ਸੰਗਲ ਨਹੀਂ ਪਾਉਂਦੇ। ਸਾਡੇ ਆਪਣੇ ਪਾਏ ਸੰਗਲਾਂ ਨੂੰ ਉਹ ਪਕੜਦੇ ਨੇ। ਜਿੰਨੇ ਔਗਣ ਵਿਕਾਰ ਅਸੀਂ ਕਮਾਉਂਦੇ ਹਾਂ, ਓਨੇ ਗਲੇ ਸੰਗਲ ਪਾ ਬੈਠਦੇ ਹਾਂ ਤੇ ਜਮਦੂਤ ਆਣ ਪਕੜਦੇ ਨੇ। ਉਹਨਾਂ ਔਗਣਾਂ ਦੇ ਸੰਗਲਾਂ ਤੋਂ ਹੀ ਤੇ ਖਿੱਚ ਧਰੂੰਦੇ ਨੇ ਧਰਮਰਾਏ ਦੇ ਪਾਸ ਕਿ ਨਰਕ ਵੱਲ। ਜਮਦੂਤਾਂ ਪਾਸ ਵੀ ਸੰਗਲ ਕੋਈ ਨਹੀਂ, ਅਸਾਂ ਖੁਦ ਪਾਏ ਨੇ। ਸਤਿਗੁਰੂ ਕਹਿੰਦੇ ਨੇ, ਨਾਨਕ ਔਗਣ ਜੇਤੜੇ, ਤੇ ਗਲੀ ਜੰਜੀਰ। ਇਹ ਜੰਜ਼ੀਰਾਂ ਨਾ ਪਾ, ਬਚ। ਜੇ ਗੁਣ ਹੋਣ ਤਾਂ ਕਟੀਅਨ। ਜੇ ਗੁਣ ਪੱਲੇ ਬੰਨੀ ਜਾਏ, ਔਗਣ ਮਿਟਦੇ ਜਾਣਗੇ। ਇਹਨਾਂ ਸੰਗਲਾਂ ਨੂੰ ਕੱਟ ਲਵੇਂਗਾ। ਜਿਹੜੇ ਇਹਨਾਂ ਸੰਗਲਾਂ ਨੂੰ ਕੱਟਣ ਵਿੱਚ ਤੇਰੇ ਸਹਿਯੋਗੀ ਬਣ ਸਕਣ, ਸਾਥੀ ਬਣ ਸਕਣ, ਸੰਗੀ ਬਣ ਸਕਣ, ਉਹੀ ਭਰਾ ਨੇ, ਉਹੀ ਵੀਰ ਨੇ। ਬਾਬਾ ਫਰੀਦ ਜੀ ਨੇ ਵੀ ਆਖਿਆ ਹੈ, ਉਹ ਕਹਿੰਦੇ ਨੇ, ਫਰੀਦਾ ਜਿੰਨੀ ਕੰਮੀ ਨਾਹੇ ਗੁਣ, ਤੇ ਕੰਬੜੇ ਵਿਸਾਰ। ਜਿਨ੍ਹਾਂ ਕੰਮਾਂ ਵਿੱਚ ਗੁਣ ਨਹੀਂ, ਉਹ ਮੰਦੇ ਕੰਮ ਕੰਬੜੇ ਵਿਸਾਰ ਦੇ, ਛੱਡ ਦੇ। ਮਤ ਸ਼ਰਮਿੰਦਾ ਥੀ ਵੀ ਸਾਈਂ ਦੇ ਦਰਬਾਰ। ਮਤਾਂ ਉਸ ਮਾਲਕ ਦੇ ਦਰਬਾਰ ਵਿੱਚ ਤੈਨੂੰ ਸ਼ਰਮਿੰਦਗੀ ਉਠਾਉਣੀ ਪਵੇ। ਔਰ ਜੇ ਔਗਣ ਹੀ ਪੱਲੇ ਬੰਨੇ ਹਨ ਤਾਂ ਸੁਭਾਵਕ ਹੈ ਸ਼ਰਮਿੰਦਗੀ ਅਸਾਂ ਆਪ ਖਰੀਦੀ ਹੈ। ਪਰ ਮਨੁੱਖ ਬੜਾ ਅਜੀਬ ਹੈ। ਇਹ ਤਾਂ ਕਈ ਵਾਰੀ ਆਪਣੇ ਔਗਣਾਂ ਤੇ ਵੀ ਅਭਿਮਾਨ ਕਰ ਬੈਠਦਾ ਹੈ। 20 ਬੰਦਿਆਂ ਨਾਲ ਮੈਂ ਠੱਗੀ ਮਾਰ ਲਈ, ਕੋਈ ਮੇਰਾ ਕੁਝ ਨਾ ਵਿਗਾੜ ਸਕਿਆ, ਹੰਕਾਰ ਕਰਕੇ ਬੈਠਾ ਹੈ। ਪਰ ਯਾਦ ਰੱਖਣਾ, ਜਦੋਂ ਵੀ ਗੁਣ ਤੋਂ ਬਿਨਾਂ ਮਨੁੱਖ ਕੋਈ ਗੁਮਾਨ ਕਰਦਾ ਦਿਸੇ, ਉਹ ਇਨਸਾਨ ਨਹੀਂ, ਗਧਾ ਹੈ। ਇਹ ਸਤਿਗੁਰੂ ਦਾ ਫੈਸਲਾ ਹੈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਰੰਗ ਰਾਗ ਦੀ ਵਾਰ ਵਿੱਚ ਇਹ ਬਚਨ ਕਹੇ ਹਨ, ਨਾਨਕ ਸੇ ਨਰ ਅਸਲ ਖਰ। ਖਰ ਦਾ ਮਤਲਬ ਹੈ ਗਧਾ। ਉਹ ਬੰਦੇ ਅਸਲੀ ਗਧੇ ਨੇ ਜੇ ਬਿਨ ਗੁਣ ਗਰਭ ਕਰੰਤ। ਗੁਣਾਂ ਤੋਂ ਖਾਲੀ ਤੇ ਹੰਕਾਰ ਦੇ ਭਰੇ ਹੋਏ ਹਨ। ਗੁਣ ਹਨ ਸੰਸਾਰ ਵਿੱਚ, ਔਗੁਣ ਵੀ ਹਨ। ਸਵਾਲ ਇਸ ਗੱਲ ਦਾ ਹੈ ਕਿ ਅਸੀਂ ਗ੍ਰਾਹਕ ਕਿਸ ਚੀਜ਼ ਦੇ ਹਾਂ।
ਗੁਣ ਕਉ ਮਰੀਏ ਰੋਏ ਦੀ ਅਵਸਥਾ ਵਾਲੇ ਬਣ ਗਏ ਤਾਂ ਇਹਦਾ ਮਤਲਬ ਅਸੀਂ ਗ੍ਰਾਹਕ ਬਣ ਗਏ। ਗੁਣ ਵਾਸਤੇ ਮਰ ਮਿਟਣ ਲਈ ਤਿਆਰ ਹਾਂ ਕਿ ਗੁਣ ਪ੍ਰਾਪਤ ਕਰਨਾ ਹੈ। ਜੇ ਗੁਣ ਪੱਲੇ ਹੋਏ ਤਾਂ ਦੁਨੀਆ ਵਿੱਚ ਵੀ ਦਰਗਾਹੇ ਵੀ ਆਦਰ ਮਿਲੇਗਾ। ਅਸੀਂ ਆਦਰ ਤਾਂ ਸਾਰੇ ਚਾਹੁੰਦੇ ਹਾਂ, ਪਰ ਗੁਣ ਪੱਲੇ ਬੰਨਣ ਦੀ ਮਿਹਨਤ ਕਰਦੇ ਹੀ ਨਹੀਂ। ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚ 2 ਪੰਕਤੀਆਂ ਇਸ ਸੰਬੰਧ ਵਿੱਚ ਬੜੀਆਂ ਕਮਾਲ ਦੀਆਂ ਭਾਈ ਸਾਹਿਬ ਨੇ ਲਿਖੀਆਂ ਨੇ। ਉਹ ਕਹਿੰਦੇ ਨੇ, ਗੁਣ ਵਿਹੀਨ ਪੂਜਾ ਕਹਾਂ, ਪੱਲੇ ਗੁਣ ਕੋਈ ਨਹੀਂ ਤੇ ਦੇਖਦੇ ਆ ਉਸ ਵੱਲ ਜਿਹੜਾ ਗੁਣਾਂ ਦਾ ਖਜ਼ਾਨਾ ਬਣਿਆ ਹੈ ਤੇ ਲੋਕ ਉਸ ਅੱਗੇ ਨੱਕ ਰਗੜਦੇ ਨੇ, ਸਿਰ ਝੁਕਾਉਂਦੇ ਨੇ। ਮੈਂ ਵੀ ਚਾਹੁੰਦਾ ਹਾਂ ਪੂਜਾ ਮੇਰੀ ਹੋਵੇ, ਗੁਣ ਇੱਕ ਵੀ ਮੇਰੇ ਪੱਲੇ ਨਹੀਂ। ਭਾਈ ਸਾਹਿਬ ਕਹਿੰਦੇ ਨੇ, ਗੁਣਾਂ ਬਿਨ ਪੂਜਾ ਨਹੀਂ ਹੁੰਦੀ। ਗੁਣ ਤਾਂ ਸੰਸਾਰਕ ਵੀ ਕਿਸੇ ਦੇ ਪੱਲੇ ਹੋਇਆ ਤਾਂ ਜਿਸ ਵੇਲੇ ਕੋਈ ਗ੍ਰਾਹਕ ਮਿਲੇਗਾ ਉਹ ਤੁਹਾਡਾ ਪੁਜਾਰੀ ਬਣ ਜਾਏਗਾ। ਤਬਲਾ ਵਜਾਉਣਾ ਹੀ ਸਿੱਖਣਾ ਹੋਵੇ ਤਾਂ ਉਸਤਾਦ ਪਾਸ 20-20 ਸਾਲ ਰਹਿ ਕੇ ਸ਼ਾਗਿਰਦ ਉਸ ਦੇ ਪੁਜਾਰੀ ਦੀ ਨਿਆਈ ਸੇਵਾ ਕਰਦੇ ਹਨ, ਤਾਂ ਜਾ ਕੇ ਵਿਦਿਆ ਪ੍ਰਾਪਤ ਕਰ ਉਸਤਾਦ ਖੁਦ ਬਣਦੇ ਨੇ। ਉਂਝ ਨਹੀਂ ਬਣਿਆ ਜਾਂਦਾ। ਗੁਣ ਵਿਹੀਨ ਪੂਜਾ ਕਹਾਂ, ਵਿਦਿਆ ਬਿਨ ਮਾਨਾ, ਮਾਣ ਸਭ ਚਾਹੁੰਦੇ ਆ, ਵਿਦਿਆ ਪੱਲੇ ਕੋਈ ਨਹੀਂ। ਵਿਦਿਆ ਪੱਲੇ ਹੋਈ ਮਾਣ ਮਿਲੇਗਾ। ਜੀਤ ਕਹਾਂ ਬਿਨ ਸੂਰਤਾ, ਸੂਰਬੀਰਤਾ ਪੱਲੇ ਨਾ ਹੋਵੇ ਤਾਂ ਜਿੱਤਣਾ ਕੀ ਹੈ। ਬਹੁਤ ਨਿਯਮਾਂ ਦੀ ਪਾਲਣਾ ਕਰਕੇ ਫਿਰ ਸੂਰਬੀਰ ਬਣਿਆ ਜਾਂਦਾ ਹੈ। ਜੇ ਕੋਈ ਆਖੇ ਜਦੋਂ ਯੁੱਧ ਲੱਗੇਗਾ ਮੈਂ ਲੜ ਲਵਾਂਗਾ, ਪਹਿਲੇ ਅਭਿਆਸ ਕਰਨ ਦੀ ਕੀ ਜ਼ਰੂਰਤ ਹੈ। ਜੋ ਫੌਜੀ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ, ਸੱਜੇ ਖੱਬੇ, ਲੈਫਟ ਰਾਈਟ, ਅੱਗੇ ਪਿੱਛੇ ਜਾਣ ਦੀ ਪ੍ਰੇਰਣਾ ਦੇਣੀ, ਜੇ ਉਹ ਆਖੇ ਫਾਇਦਾ ਕੀ ਹੈ ਤਾਂ ਉਹ ਯੁੱਧ ਵਿੱਚ ਲੜ ਨਾ ਸਕੇਗਾ। ਕਮਾਂਡਰ ਦੀ ਕਮਾਂਡ ਹੇਠ ਚੱਲੇਗਾ ਕਿਵੇਂ? ਉਸ ਨੂੰ ਸਿਖਾਇਆ ਜਾਂਦਾ ਹੈ ਸਰੀਰ ਕਮਾਉਣਾ ਹੈ, ਹੁਕਮ ਵਜਾਉਣਾ ਹੈ ਤੇ ਫਰਜ਼ ਨਿਭਾਉਣਾ ਹੈ। ਇਹ 3 ਗੱਲਾਂ ਬੜੀਆਂ ਜ਼ਰੂਰੀ ਨੇ। ਸਰੀਰ ਕਮਾਉਣਾ ਹੈ, ਹੁਕਮ ਵਜਾਉਣਾ ਹੈ ਤੇ ਫਰਜ਼ ਨਿਭਾਉਣਾ ਹੈ। ਫਰਜ਼ ਹੈ ਤੂੰ ਸੂਰਬੀਰ ਹੈ, ਤੈਨੂੰ ਰਣ ਤੱਤੇ ਵਿੱਚ ਜੂਝਣ ਲਈ ਭਰਤੀ ਕੀਤਾ ਗਿਆ ਹੈ। ਹੁਕਮ ਵਜਾਉਣਾ ਹੈ, ਜੋ ਤੇਰੇ ਆਫੀਸਰ ਦਾ ਹੁਕਮ ਹੈ ਉਸ ਨੂੰ ਪਤਾ ਹੈ ਕਿਸ ਨੂੰ ਕਿਸ ਪਾਸਿਓਂ ਜੂਝਣ ਲਈ ਭੇਜਣਾ ਹੈ, ਕਿਵੇਂ ਭੇਜਣਾ ਹੈ, ਕੀ ਹਦਾਇਤਾਂ ਨੇ। ਸਰੀਰ ਕਮਾਉਣਾ ਹੈ, ਕਿਤਨਾ ਬੋਝ ਚੁਕਾ ਕੇ ਪਹਾੜੀਆਂ ਤੇ ਚੜਾਇਆ ਜਾਏ, ਤੂੰ ਉਦਮ ਕਰਨਾ। ਇਹ ਤੇਰੀ ਡਿਊਟੀ ਬਣਦੀ ਹੈ। ਜੇ ਕੋਈ ਆਦਮੀ ਆਖੇ ਇਹ ਲੈਫਟ ਰਾਈਟ ਦਾ ਮਤਲਬ ਕੀ ਹੈ, ਮੈਂ ਸੁਣਿਆ ਹੈ ਕਿ 2nd ਵਰਲਡ ਵਾਰ ਦੇ ਵੇਲੇ ਇੱਕ ਫਿਲਾਸਫਰ ਨੂੰ ਭਰਤੀ ਕਰ ਲਿਆ ਗਿਆ। ਉਸ ਨੂੰ ਜਿਸ ਵੇਲੇ ਅਭਿਆਸ ਕਰਾਉਣ ਲਈ ਖੜਾ ਕੀਤਾ ਗਿਆ ਕਤਾਰ ਵਿੱਚ ਕਿ ਖੱਬੇ ਮੁੜ, ਉਹ ਇੱਕ ਵਾਰੀ ਤਾਂ ਮੁੜਿਆ। ਫਿਰ ਉਸ ਨੂੰ ਟਰਨ ਰਾਈਟ ਆਖਿਆ ਗਿਆ, ਉਹ ਸਾਰਿਆਂ ਦੇ ਨਾਲ ਸੱਜੇ ਮੁੜਿਆ। ਫਿਰ ਲੈਫਟ ਆਖਿਆ, ਉਹ ਰੁਕ ਗਿਆ, ਸਾਰੇ ਮੁੜੇ। ਦੇਖ ਰਿਹਾ ਹੈ ਜੋ ਹੁਕਮ ਕਰ ਰਿਹਾ ਹੈ ਸੱਜੇ ਖੱਬੇ ਮੁੜਨ ਦਾ। ਆਖਰ ਉਸਨੇ ਪੁੱਛਿਆ, ਤੂੰ ਮੁੜਦਾ ਨਹੀਂ? ਮੈਂ ਆਖਣਾ ਲੈਫਟ ਟਰਨ, ਤੂੰ ਉੱਥੇ ਖੜਾ ਹੈ। ਮੈਂ ਆਖਣਾ ਟਰਨ ਰਾਈਟ ਤੇ ਤੂੰ ਫਿਰ ਵੀ ਖੜਾ ਹੈ। ਉਹਨੇ ਆਖਿਆ, ਜੀ ਮੈਂ ਸੋਚ ਰਿਹਾ, ਇੱਕ ਵਾਰੀ ਪਹਿਲਾਂ ਮੈਂ ਵੀ ਮੁੜਿਆ, ਪਰ ਜੇ ਖੱਬੇ ਮੁੜ ਕੇ ਸੱਜੇ ਹੀ ਮੁੜ ਪੈਣਾ ਹੈ ਤੇ ਉੱਥੇ ਹੀ ਆ ਗਏ। ਇਹ ਜਿੰਨਿਆਂ ਨੂੰ ਤੁਸੀਂ ਕਰਵਾ ਰਹੇ ਹੋ ਸਾਰੇ ਉੱਥੇ ਹੀ ਆ ਜਾਂਦੇ ਨੇ ਤੇ ਮੈਂ ਉੱਥੇ ਹੀ ਹਾਂ। ਕਿਉਂ ਹਿੱਲਣਾ ਡੁੱਲਣਾ? ਇਹ ਮਸ਼ੱਕਤ ਕੋਈ ਕਿਉਂ ਕਰੇ? ਜਾਂ ਤਾਂ ਖੱਬੇ ਪਾਸੇ ਜਾਣਾ ਹੋਵੇ, ਫਿਰ ਆਖ ਦਿੰਦੇ ਹੋ
ਟਰਨ ਰਾਈਟ, ਫਿਰ ਪਹਿਲੇ ਥਾਂ 'ਤੇ ਆ ਜਾਂਦੇ ਨੇ। ਤਾਂ ਮੈਂ ਸੋਚਦਾ ਹਾਂ ਫਾਇਦਾ ਕੀ? ਉਸਨੇ ਦੇਖਿਆ ਇਹ ਰਣ ਵਿੱਚ ਜੂਝਣ ਦੇ ਕਾਬਿਲ ਨਹੀਂ, ਇਹ ਤਾਂ ਬਾਕੀਆਂ ਦਾ ਦਿਮਾਗ ਵੀ ਖਰਾਬ ਕਰੇਗਾ। ਆਖਰ ਫੈਸਲਾ ਲਿਆ ਗਿਆ ਕਿ ਇਸ ਪਾਸੋਂ ਇੱਕ ਕੰਮ ਲੈ ਲਿਆ ਜਾਏ ਕਿ ਭੋਜਨ ਖਾਨੇ ਵਿੱਚ ਜਿੱਥੇ ਭੋਜਨ ਤਿਆਰ ਕਰਨਾ ਹੈ, ਇਸ ਦੀ ਡਿਊਟੀ ਉੱਥੇ ਭੋਜਨ ਤਿਆਰ ਕਰਨ ਵਾਲਿਆਂ ਵਿੱਚ ਲਾ ਦਿਓ। ਇਹ ਲੜਨ ਦੇ ਕਾਬਿਲ ਨਹੀਂ, ਉੱਥੇ ਲਾ ਦਿੱਤਾ ਗਿਆ। ਉੱਥੇ ਇਸ ਨੂੰ ਡਿਊਟੀ ਦਿੱਤੀ ਗਈ ਕਿ ਇਹ ਮਟਰ ਪਏ ਨੇ, ਫਲੀਆਂ, ਇਹ ਖੋਲ੍ਹ ਕੇ ਮਟਰ ਖੋਲ੍ਹਣੇ ਨੇ ਅਤੇ ਛਿਲਕੇ ਅੱਡ ਕਰਨੇ ਹੀ ਨੇ, ਇਹ ਕੰਮ ਨਹੀਂ ਆਉਣੇ। ਪਰ ਜਿਹੜੇ ਦਾਣੇ ਨੇ, ਇਹ 2 ਭਾਂਡੇ ਤੇਰੇ ਕੋਲ ਪਏ ਨੇ ਖਾਲੀ, ਵੱਡੇ ਦਾਣੇ ਇੱਕ ਵਿੱਚ ਪਾਈ ਜਾ ਮਟਰਾਂ ਦੇ ਅਤੇ ਛੋਟੇ ਇੱਕ ਵਿੱਚ। ਕਮਾਂਡਰ ਆਖ ਕੇ ਚਲਾ ਗਿਆ। 2 ਘੰਟੇ ਬਾਅਦ ਉਹ ਵਾਪਸ ਆਇਆ ਅਤੇ ਇਹ ਫਿਲਾਸਫਰ ਮੱਥੇ 'ਤੇ ਹੱਥ ਰੱਖ ਕੇ ਬੈਠਾ ਕਿਸੇ ਸੋਚ ਵਿੱਚ ਡੁੱਬਿਆ ਹੋਇਆ ਹੈ। ਮਟਰ ਜਿਉਂ ਦੇ ਤਿਉਂ ਪਏ ਨੇ। ਕਮਾਂਡਰ ਨੇ ਪੁੱਛਿਆ, ਹੱਦ ਹੋ ਗਈ, 2 ਘੰਟੇ ਬੀਤ ਗਏ ਔਰ ਤੂੰ ਉਂਝ ਹੀ ਬੈਠਾ ਹੈ, ਪਰੇਸ਼ਾਨ ਵੀ ਜਾਪਦਾ ਹੈ। ਉਸਨੇ ਆਖਿਆ, ਜੀ ਪਰੇਸ਼ਾਨੀ ਵਿੱਚ ਤੁਸੀਂ ਪਾ ਗਏ। ਵੱਡੇ ਮਟਰ ਇਸ ਭਾਂਡੇ ਵਿੱਚ, ਛੋਟੇ ਇਸ ਭਾਂਡੇ ਵਿੱਚ, ਅਤੇ ਜਿਹੜੇ ਮਝਲੇ ਨੇ ਮਿਡਲ ਵਿੱਚ ਨੇ, ਨਾ ਵੱਡੇ ਨਾ ਛੋਟੇ, ਉਹਨਾਂ ਨੂੰ ਕਿੱਥੇ ਪਾਵਾਂ? ਕਮਾਂਡਰ ਨੇ ਮੱਥੇ 'ਤੇ ਹੱਥ ਮਾਰਿਆ, ਇਹ ਕਿਸੇ ਕੰਮ ਦਾ ਆਦਮੀ ਨਹੀਂ। ਸੂਰਬੀਰ ਬਣਾਉਣ ਵਾਸਤੇ ਬੜੀ ਟ੍ਰੇਨਿੰਗ ਵਿੱਚੋਂ ਗੁਜ਼ਾਰਿਆ ਜਾਂਦਾ ਹੈ, ਹੁਕਮ ਵਿੱਚ ਚੱਲਣ ਦੀ ਆਦਤ ਪਾਈ ਜਾਂਦੀ ਹੈ, ਸਰੀਰ ਕਮਾਉਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ, ਫਰਜ਼ ਨਿਭਾਉਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ, ਤਾਂ ਕਿਧਰੇ ਜਾ ਕੇ ਰਣ ਤੱਤੇ ਵਿੱਚ ਕੋਈ ਜੂਝਣ ਦੇ ਸਮਰੱਥ ਬਣਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਖਿਆ ਹੈ, ਉਹ ਕਹਿੰਦੇ ਨੇ, ਜੈਸੇ ਸੰਗਰਾਮ ਸਮੇਂ ਸਿੱਖਿਓ ਚਾਹੇ ਬੀਰ ਵਿਦਿਆ, ਅਨਥਾ ਉੱਤਮ ਜੈਤ ਪਦਵੀ ਨਾ ਪਾਈਐ। ਇਹ ਆਖੇ ਹੁਣੇ ਸ਼ਸਤਰ ਚਲਾਉਣ ਦਾ ਅਭਿਆਸ ਕਰਨ ਦੀ ਕੀ ਜ਼ਰੂਰਤ ਹੈ? ਜਿਸ ਵੇਲੇ ਕੋਈ ਦੁਸ਼ਮਣ ਸਿਰ 'ਤੇ ਆ ਚੜਿਆ, ਆਖਣ ਲੱਗਾ ਮੁਕਾਬਲਾ ਤਾਂ ਕਰਾਂਗਾ, ਪਰ ਪਹਿਲੇ ਮੈਂ ਸ਼ਸਤਰ ਚਲਾਉਣੇ ਸਿੱਖਾਵਾਂ। ਤੈਨੂੰ ਭੱਜਣ ਕਿਹਨੇ ਦੇਣਾ ਹੈ ਸਿੱਖਣ ਵਾਸਤੇ? ਸੂਰਬੀਰਤਾ ਕਮਾਉਣੀ ਪੈਂਦੀ ਹੈ, ਵਿਦਿਆ ਸਿੱਖਣੀ ਪੜ੍ਹਨੀ ਪੈਂਦੀ ਹੈ, ਗੁਣ ਮੁਸ਼ੱਕਤਾਂ ਕਰਕੇ ਉਸਤਾਦਾਂ ਪਾਸੋਂ ਲੈ ਜਾਂਦੇ ਨੇ। ਪਰ ਜੇ ਗੁਣ ਹੈ ਤਾਂ ਪੂਜਾ ਹੋਵੇਗੀ, ਵਿਦਿਆ ਹੈ ਮਾਣ ਮਿਲੇਗਾ, ਸੂਰਬੀਰਤਾ ਹੈ ਤਾਂ ਜਿੱਤ ਵੀ ਹਾਸਲ ਹੋਵੇਗੀ। ਮਨ ਨੂੰ ਥਿਰ ਕਰਨਾ ਸਿੱਖ ਲਿਆ, ਧਿਆਨ ਲੱਗ ਜਾਏਗਾ। ਇਸ ਤੋਂ ਬਿਨਾਂ ਗੱਲ ਬਣਦੀ ਨਹੀਂ। ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਗੁਣ ਵਿਹੀਨ ਪੂਜਾ ਕਹਾਂ, ਵਿਦਿਆ ਬਿਨ ਮਾਨਾ, ਜੀਤ ਕਹਾਂ ਬਿਨ ਸੂਰਤਾ, ਮਨ ਥਿਤ ਬਿਨ ਧਿਆਨਾ। ਧਿਆਨ ਨਹੀਂ ਤੇ ਮਨ ਸਥਿਰ ਕਿੱਥੇ? ਕਬੀਰ ਸਾਹਿਬ ਕਹਿੰਦੇ ਨੇ, ਗੁਣਾਂ ਤੋਂ ਬਗੈਰ ਇਸ ਮਨੁੱਖ ਦਾ ਕੋਈ ਮੁੱਲ ਨਹੀਂ। ਗੁਣਾਂ ਦਾ ਗ੍ਰਾਹਕ ਬਣਨ ਦੀ ਜ਼ਰੂਰਤ ਹੈ, ਤੇ ਗੁਣ ਦੀ ਕਦਰ ਵੀ ਉਹੀ ਜਾਣਦਾ ਹੈ ਜਿਹਦੇ ਅੰਦਰ ਗ੍ਰਹਿਣ ਕਰਨ ਦੀ ਭਾਵਨਾ ਹੋਵੇ। ਗੁਣਾਂ ਕਾ ਗਾਹਕ ਹੋਵੇ ਸੋ ਗੁਣ ਜਾਣੈ, ਅੰਮ੍ਰਿਤ ਸ਼ਬਦ ਨਾਮ ਵਖਾਣੈ। ਤੇ ਜਿਸ ਅੰਦਰ ਇਹ ਗ੍ਰਹਿਣ ਕਰਨ ਦਾ ਖਿਆਲ ਹੈ, ਸਤਿਗੁਰੂ ਕਹਿੰਦੇ ਨੇ, ਮੈਂ ਵੀ ਉਸ ਤੋਂ ਸਦਕੇ ਜਾਂਦਾ। ਜੋ ਗੁਣ ਸੰਗ੍ਰਹਿ ਤਿਨ ਬਲਿਹਾਰੈ ਜਾਉ, ਦਰ ਸਾਚੈ ਸਾਚੇ ਗੁਣ ਗਾਉ। ਕਬੀਰ ਜੀ ਕਹਿੰਦੇ ਨੇ, ਗੁਣ ਗ੍ਰਹਿਣ ਕਰਨ ਵਾਲਾ ਸੁਭਾਅ ਬਣਾ। ਜਿਵੇਂ ਰਸ ਲਈ ਗੰਨੇ ਨੂੰ ਚੂਸਦਾ ਹੈ ਨਾ, ਫੋਕਟ ਵਿੱਚੋਂ ਰਸ ਕੱਢਦਾ ਹੈ, ਮਿਹਨਤ ਹੈ। ਇਸੇ ਤਰ੍ਹਾਂ ਗੁਣ ਗ੍ਰਹਿਣ ਕਰਨ ਲਈ ਆਪਾ ਮਿਟਾ। ਕਬੀਰ ਰਸ ਕੋ ਗਾਂਡੋ ਚੂਸੀਐ,
ਗੁਣ ਕਉ ਮਰੀਐ ਰੋਏ। ਤੇ ਇਹ ਵੀ ਗੱਲ ਯਾਦ ਰੱਖੀ, ਅਵਗੁਣ ਯਾਰੈ ਮਾਨਸੈ, ਭਲੋ ਨਾ ਕਹਿ ਹੈ ਕੋਏ। ਗੁਣ ਪੱਲੇ ਹੋਣ ਤਾਂ ਪੂਜਾ ਹੁੰਦੀ ਏ, ਜੇ ਔਗਣ ਪੱਲੇ ਹੋਣ ਤਾਂ ਨਿਰਾਦਰ ਸਹਿਣਾ ਪੈਂਦਾ ਹੈ। ਫਿਰ ਕੋਈ ਆਦਰ ਨਹੀਂ ਦਿੰਦਾ, ਮਾਣ ਨਹੀਂ ਮਿਲਦਾ। ਭਲੋ ਨਾ ਕਹਿ ਹੈ ਕੋਏ। ਔਗਣਾਂ ਦੇ ਭਰੇ ਹੋਏ ਇਨਸਾਨ ਨੂੰ ਕੌਣ ਭਲਾ ਆਖੇਗਾ। ਅਵਗੁਣ ਯਾਰੈ ਮਾਨਸੈ, ਭਲੋ ਨਾ ਕਹਿ ਹੈ ਕੋਏ। ਸ਼ਲੋਕ ਨੰਬਰ 73 ਵਿੱਚ ਕਬੀਰ ਸਾਹਿਬ ਬਚਨ ਕਰਦੇ ਨੇ, ਕਬੀਰ ਗਾਗਰ ਜਲ ਭਰੀ, ਆਜ ਕਾਲ ਜੈ ਹੈ ਫੂਟ। ਗੁਰ ਜੋ ਨਾ ਚੇਤ ਹੈ ਆਪਨੋ, ਅਧ ਮਾਜ ਲੀਜਹਿਗੇ ਲੂਟ। ਜੇ ਗੁਣ ਗ੍ਰਹਿਣ ਨਹੀਂ ਵੀ ਕਰਾਂਗੇ, ਜ਼ਿੰਦਗੀ ਤਾਂ ਵੀ ਬੀਤ ਜਾਣੀ ਹੈ। ਸਮਾਂ ਤਾਂ ਰੁਕਦਾ ਨਹੀਂ, ਤੇ ਜ਼ਿੰਦਗੀ ਇੱਕ ਸਮਾਂ ਹੈ, ਇਸ ਰੁਕਣਾ ਕੋਈ ਨਹੀਂ। ਇਹ ਤਾਂ ਇੰਜ ਹੈ ਜਿਵੇਂ ਮਿੱਟੀ ਦਾ ਕੱਚਾ ਘੜਾ ਪਾਣੀ ਨਾਲ ਭਰਿਆ ਹੋਇਆ ਹੋਵੇ। ਕਿੰਨੀ ਕਿਸ ਦੀ ਮਿਆਦ ਮਿਥ ਲਵਾਂਗੇ, ਥੋੜ੍ਹੀ ਜਿਹੀ ਠੋਕਰ ਲੱਗੀ ਨਹੀਂ ਕਿ ਇਹ ਮਟਕੀ ਟੁੱਟੀ ਨਹੀਂ। ਕਬੀਰ ਗਾਗਰ ਜਲ ਭਰੀ, ਆਜ ਕਾਲ ਜੈ ਹੈ ਫੂਟ। ਅੱਜ ਭਲਕ, ਥੋੜ੍ਹੇ ਦਿਨਾਂ ਵਿੱਚ, ਥੋੜ੍ਹੇ ਸਮੇਂ ਵਿੱਚ ਇਹ ਗਾਗਰ ਫੁੱਟ ਜਾਣੀ ਹੈ। ਕੁਝ ਗੁਣ ਪੱਲੇ ਬੰਨ ਲੈ। ਗੁਰ ਜੋ ਨ ਚੇਤ ਹੈ ਆਪਨੋ, ਅਧ ਮਾਜ ਲੀਜਹਿਗੇ ਲੂਟ। ਤੇ ਜੋ ਮਨੁੱਖ ਇਸ ਮਟਕੀ ਤੇ ਹੀ ਭੁੱਲ ਕੇ ਮਾਲਕ ਨੂੰ ਵਿਸਾਰ ਬੈਠੇ, ਤੇ ਮਾਲਕ ਨਾਲ ਮਿਲਾਉਣ ਵਾਲੇ ਗੁਰੂ ਨਾਲ ਵੀ ਕੋਈ ਸੰਬੰਧ ਨਾ ਜੋੜਿਆ, ਗੁਰੂ ਦਾ ਚੇਤਾ ਹੀ ਨਾ ਆਇਆ, ਸਤਿਗੁਰੂ ਦੇ ਦੱਸੇ ਹੋਏ ਰਸਤੇ ਨੂੰ ਭੁਲਾ ਬੈਠੇ, ਇਹ ਔਜੜ ਵੱਲ ਤੁਰ ਪਏ ਨੇ, ਇਹ ਰਸਤੇ ਵਿੱਚ ਲੁੱਟੇ ਜਾਣਗੇ। ਵਿਕਾਰਾਂ ਨੇ ਇਹਨਾਂ ਦੀ ਜ਼ਿੰਦਗੀ ਨੂੰ ਲੁੱਟ ਲਿਆ, ਲੁੱਟੇ ਹੀ ਗਏ। ਜਿੰਨੀ ਸਵਾਸਾਂ ਦੀ ਪੂੰਜੀ ਔਗਣਾਂ ਵਿੱਚ ਗੁਆ ਦਿੱਤੀ, ਉਹਨਾਂ ਸਰਮਾਇਆ ਲੁੱਟਿਆ ਗਿਆ। ਤੇ ਜੇ ਭੇਡ ਚਾਲ ਦੇ ਕਰਮਕਾਂਡ ਨੂੰ ਧਰਮ ਮੰਨ ਕੇ ਰੁਕ ਗਏ, ਗੁਰੂ ਦੀ ਗੱਲ ਨਾ ਸੁਣੀ, ਤਾਂ ਵੀ ਲੁੱਟੇ ਗਏ। ਕਰਮ ਧਰਮ ਪਾਖੰਡ ਜੋ ਦੀਸੈ, ਤਿਨ ਜਮ ਜਾ ਗਾਤੀ ਲੂਟੈ। ਤਾਕੀਦ ਕਰਦੇ ਹਨ ਸਤਿਗੁਰੂ, ਨਿਰਬਾਣ ਕੀਰਤਨ ਗਾਵਹੁ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਇਹ ਗੱਲ ਸਾਨੂੰ ਇੱਕ ਪਲ ਲਈ ਵੀ ਭੁਲਾਉਣੀ ਨਹੀਂ ਚਾਹੀਦੀ ਕਿ ਇਹ ਸਰੀਰ ਇੱਕ ਕੱਚੀ ਮਟਕੀ ਹੈ ਮਿੱਟੀ ਦੀ। ਇਹ ਮਿਥਿਆ ਕਾਚੀ ਗਗਰੀ, ਕਬੀਰ ਜੀ ਨੇ ਹੀ ਆਖਿਆ ਹੈ। ਉਹ ਕਹਿੰਦੇ ਨੇ ਸਾਡੀ ਹਾਲਤ ਇਹ ਹੈ ਕਿ ਅਸੀਂ ਇਹ ਝੂਠੀ ਕੱਚੀ ਮਟਕੀ ਨੂੰ ਇਉਂ ਮੰਨ ਬੈਠੇ ਹਾਂ ਜਿਵੇਂ ਇਹ ਅਮਰ ਰਹਿਣ ਵਾਲੀ ਹੋਵੇ ਤੇ ਇਸ ਨੇ ਕਦੀ ਮਿਟਣਾ ਹੀ ਨਾ ਹੋਵੇ। ਅਮਰ ਜਾਨ ਸੰਚੀ ਇਹ ਕਾਇਆ, ਇਹ ਮਿਥਿਆ ਕਾਚੀ ਗਗਰੀ। ਜਿਨਹਿ ਨਿਵਾਜ ਸਾਜ ਹਮ ਕੀਏ, ਤਿਸਹਿ ਬਿਸਾਰ ਅਵਰ ਲਗਰੀ। ਜਿਸ ਪਰਮਾਤਮਾ ਨੇ ਸਾਨੂੰ ਪੈਦਾ ਕੀਤਾ ਹੈ, ਸਾਡੀ ਸਿਰਜਣਾ ਕੀਤੀ ਹੈ, ਉਸ ਨੂੰ ਵਿਸਾਰ ਕੇ ਤੇ ਹੋਰ ਪਾਸੇ ਉਲਝ ਗਏ ਹਾਂ। ਇਹ ਸਾਡੀ ਹਾਲਤ ਹੈ। ਕਬੀਰ ਜੀ ਨੇ ਕਿੰਨੇ ਕੀਮਤੀ ਬਚਨ ਕਹੇ ਹਨ ਕਿ ਇਹ ਚੰਮ ਹੱਡੀਆਂ ਦੇ ਉੱਪਰ ਲਪੇਟਿਆ ਹੋਇਆ ਹੈ, ਚਾਮ ਲਪੇਟੇ ਹਾੜ ਤੇ ਕੀ ਹੰਕਾਰ ਕਰਨਾ ਹੈ। ਇਸ ਤੋਂ ਬਚੋ। ਅਹੰਕਾਰ ਕਰਨ ਦਾ ਕੋਈ ਵੀ ਕਾਰਨ ਨਹੀਂ। ਬਾਬਾ ਫਰੀਦ ਜੀ ਨੇ ਵੀ ਇਹੀ ਆਖਿਆ,
ਕੰਧੀ ਉੱਤੇ ਰੁਖੜਾ, ਕਿਚਰਕ ਬੰਨੈ ਧੀਰ, ਫਰੀਦਾ ਕੱਚੈ ਭਾਂਡੇ ਰੱਖੀਐ, ਕਿਚਰ ਤਾਈ ਨੀਰ। ਨਦੀ ਦੇ ਕਿਨਾਰੇ ਤੇ ਉੱਗਿਆ ਹੋਇਆ ਰੁੱਖ ਕਿੰਨੀ ਕੁ ਦੇਰ ਖੈਰ ਮਨਾਏਗਾ। ਨਦੀ ਦੇ ਪਾਣੀ ਦੇ ਵਹਿਣ ਹਰ ਪਲ ਇਸ ਦੀਆਂ ਜੜ੍ਹਾਂ ਤੋਂ ਮਿੱਟੀ ਉਖਾੜ ਰਹੇ ਨੇ। ਇੱਕ ਦਿਨ ਇਸ ਨੇ ਵਹਿ ਜਾਣਾ। ਇਸੇ ਤਰ੍ਹਾਂ ਇਨਸਾਨ ਜੋ ਆਪਣੇ ਆਪ ਨੂੰ ਬੜਾ ਮਜ਼ਬੂਤ ਦਰਖਤ ਕਿਉਂ ਨਾ ਮੰਨਦਾ ਹੋਵੇ, ਇਸ ਦੀ ਮਜ਼ਬੂਤੀ ਕੁਝ ਵੀ ਨਹੀਂ। ਸਮੇਂ ਦੇ ਵਹਿਣ ਹਰ ਪਲ ਜੜ੍ਹਾਂ ਤੋਂ ਮਿੱਟੀ ਉਖਾੜੀ ਜਾ ਰਹੇ ਨੇ, ਹਰ ਪਲ ਉਮਰ ਘਟਦੀ ਜਾ ਰਹੀ ਹੈ। ਇੱਕ ਦਿਨ ਇਹ ਦਰਖਤ ਪੁੱਟਿਆ ਜਾਣਾ ਹੈ। ਫਰੀਦਾ ਕੱਚੈ ਭਾਂਡੇ ਰੱਖੀਐ, ਕਿਚਰ ਤਾਈ ਨੀਰ। ਫਰੀਦ ਸਾਹਿਬ ਕਹਿੰਦੇ ਨੇ, ਕੱਚੇ ਮਟਕੇ ਵਿੱਚ, ਕੱਚੇ ਭਾਂਡੇ ਵਿੱਚ ਕਿੰਨੀ ਕੁ ਦੇਰ ਪਾਣੀ ਰੱਖ ਲਵਾਂਗੇ। ਕੋਈ ਬਹੁਤ ਜ਼ਿਆਦਾ ਸਾਡੀ ਮਿਆਦ ਨਹੀਂ। ਇਸ ਲਈ ਇਸ ਮਟਕੀ ਦੀ ਅਸਲੀਅਤ ਨੂੰ ਜਾਣਨ ਦੀ ਲੋੜ ਹੈ। ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਗਾਗਰ ਜਲ ਭਰੀ, ਕਿੰਨੀ ਕੁ ਦੇਰ ਰਹੇਗੀ। ਕਹਿਣ ਲੱਗੇ ਕੋਈ ਪਤਾ ਨਹੀਂ, ਅੱਜ ਕੱਲ੍ਹ ਜਹ ਫੂਟ, ਅੱਜ ਭਲਕ ਹੀ ਇਸ ਨੇ ਫੁੱਟ ਜਾਣਾ ਹੈ, ਟੁੱਟ ਜਾਣਾ ਹੈ। ਗੁਰ ਜੋ ਨ ਚੇਤ ਹੈ ਆਪਣੋ, ਅਧ ਮਾਝ ਲੀਜਹਿੰਗੇ ਲੂਟ। ਜਿਹੜੇ ਆਪਣੇ ਗੁਰੂ ਨੂੰ ਚੇਤੇ ਨਹੀਂ ਰੱਖਦੇ, ਗੁਰੂ ਨੂੰ ਭੁਲਾ ਬੈਠੇ ਨੇ, ਮਤਲਬ ਹੈ ਗੁਰੂ ਦੀ ਮੱਤ ਨੂੰ ਅਪਣਾਉਂਦੇ ਨਹੀਂ। ਅਧ ਮਾਝ ਲੀਜਹਿੰਗੇ ਲੂਟ। ਉਹ ਜ਼ਿੰਦਗੀ ਦੇ ਸਫ਼ਰ ਦੇ ਅੱਧ ਵਿੱਚ ਹੀ ਲੁੱਟ ਲੈ ਜਾਂਦੇ ਨੇ। ਵਿਕਾਰਾਂ 'ਚ ਪੈ ਕੇ ਜ਼ਿੰਦਗੀ ਦੀ ਰਾਸ ਇੱਥੇ ਗਵਾ ਲਈ। ਉਹ ਵਿਕਾਰ ਲੁੱਟ ਕੇ ਲੈ ਗਏ ਤੇ ਪੱਲੇ ਕੁਝ ਵੀ ਨਹੀਂ। ਸੰਸਾਰ ਤੋਂ ਜਾਣ ਵੇਲੇ ਹੱਥ ਖਾਲੀ ਨੇ। ਜਿਸ ਨੂੰ ਇਹ ਸਰਮਾਇਆ ਸਮਝੀ ਬੈਠੇ ਸਨ, ਕਮਾਈ ਸਮਝਿਆ ਸੀ, ਉਹ ਗਵਾਈ ਸਾਬਤ ਹੋਈ। ਕਰੋੜਾਂ ਦੇ ਮਾਲਕ ਵੀ ਕੌਡੀ ਪਾਸ ਲੈ ਕੇ ਨਾ ਗਏ। ਕਬੀਰ ਜੀ ਦਾ ਹੀ ਬਚਨ ਹੈ। ਉਹ ਕਹਿੰਦੇ ਨੇ, ਕਬੀਰ ਇਹੋ ਤਨ ਜਾਏਗਾ, ਇਹ ਸਰੀਰ ਜਾਣੇ ਬਿਨਸ ਜਾਏਗਾ ਇੱਕ ਦਿਨ। ਕੋਈ ਪਤਾ ਨਹੀਂ ਕਿੰਨੀ ਕੁ ਦੇਰ ਕਾਇਮ ਹੈ, ਇੱਕ ਪਲ ਦਾ ਵੀ ਭਰੋਸਾ ਨਹੀਂ। ਅੱਜ ਕੱਲ੍ਹ ਜਹ ਫੂਟ। ਕਬੀਰ ਇਹੋ ਤਨ ਜਾਏਗਾ। ਅੱਗੇ ਉਹਨਾਂ ਇੱਕ ਚੈਲੰਜ ਵੀ ਸਾਡੇ ਸਾਹਮਣੇ ਰੱਖ ਦਿੱਤਾ, ਸਕੋ ਤਾਂ ਲਿਹੋ ਬਹੋਰ। ਮੋੜ ਸਕਦੇ ਹੋ ਮੋੜ ਲਓ, ਬਚਾ ਸਕਦੇ ਹੋ ਬਚਾ ਲਓ। ਕੌਣ ਬਚਾ ਸਕਿਆ ਹੈ, ਕੌਣ ਮੋੜ ਸਕਿਆ ਹੈ। ਨਾਂਗੇ ਪਾਵਹੁ ਤੇ ਗਏ, ਜਿਨ ਕੇ ਲੱਖ ਕਰੋੜ। ਲੱਖਾਂ ਕਰੋੜਾਂ ਦੇ ਮਾਲਕ ਵੀ ਨੰਗੇ ਪੈਰੀ ਹੀ ਸੰਸਾਰ ਤੋਂ ਗਏ ਨੇ। ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਵ ਘਟੈ ਤਨ ਛੀਜੈ। ਉਮਰ ਘਟ ਰਹੀ ਹੈ, ਅਸੀਂ ਆਖਦੇ ਹਾਂ ਵੱਧ ਰਹੀ ਹੈ। ਨਹੀਂ ਨਹੀਂ, ਜਿਸ ਖਜ਼ਾਨੇ ਵਿੱਚੋਂ ਜਿੰਨਾ ਖਰਚ ਲਿਆ ਓਨਾ ਘਟ ਗਿਆ ਹੈ, ਵਧਿਆ ਨਹੀਂ। ਇਸ ਸਵਾਸਾਂ ਦੇ ਸਰਮਾਏ ਵਿੱਚੋਂ ਜਿੰਨੇ ਅਸੀਂ ਅੱਜ ਤੱਕ ਵਰਤ ਲਏ ਉਹ ਘਟ ਗਏ ਨੇ, ਉਮਰ ਵਧੀ ਨਹੀਂ ਘਟੀ ਹੈ। ਆਵ ਘਟੈ ਤਨ ਛੀਜੈ, ਸਰੀਰ ਕਮਜ਼ੋਰ ਹੋਣਾ ਸ਼ੁਰੂ ਹੋ ਗਿਆ। ਕਾਲ ਅਹੇਰੀ ਫਿਰੈ ਬੱਧਿਕ ਜਿਉ, ਕਹੋ ਕਵਨ ਬਿਧ ਕੀਜੈ। ਕਾਲ ਸ਼ਿਕਾਰੀ ਕਸਾਈ ਬਣ ਕੇ ਫਿਰਦਾ ਹੈ। ਬਚਣਾ ਕਿਵੇਂ ਹੈ? ਇਹ ਬੜਾ ਬਲਵਾਨ ਹੈ। ਇਸ ਸ਼ਿਕਾਰੀ ਨੇ ਫਾਹ ਲੈਣਾ ਹੈ ਇਸ ਸਰੀਰ ਨੂੰ। ਜਾਗੋ, ਗੁਰੂ ਦੀ ਮੱਤ ਪੱਲੇ ਬੰਨ੍ਹ ਕੇ ਗੁਣਵਾਨ ਬਣੋ। ਜੇ ਗੁਰੂ ਨੂੰ ਭੁਲਾ ਦਿੱਤਾ ਹੈ, ਗੁਰੂ ਦੀ ਮੱਤ ਵਿਸਾਰ ਦਿੱਤੀ ਹੈ, ਤਾਂ ਲੁੱਟੇ ਗਏ ਹੋ। ਸਵਾਸਾਂ ਦੀ ਪੂੰਜੀ ਗਵਾ ਲਈ, ਨਾਲ ਨਿਭਣ ਵਾਲਾ ਕਮਾਇਆ ਕੁਝ ਨਹੀਂ। ਅਗਲਾ ਸ਼ਲੋਕ ਹੈ, ਕਬੀਰ ਕੂਕਰ ਰਾਮ ਕੋ,
मुतिया मेरो नाव, गले हमारे जेवरी, जह खिंचै तह जाओ। ਕਬੀਰ ਜੀ ਕਹਿੰਦੇ ਹਨ, ਮੈਂ ਤਾਂ ਭਾਈ ਰਾਮ ਦਾ ਕੂਕਰ ਬਣ ਗਿਆ। ਇਹ ਹੈ ਇੱਕ ਨਿਮਰਤਾ। ਹੋਰ ਸ਼ਬਦ ਵਿੱਚ ਵੀ ਕਬੀਰ ਜੀ ਨੇ ਆਖਿਆ ਹੈ, ਹਮ ਕੂਕਰ ਤੇਰੇ ਦਰਬਾਰ, ਭੌਂਕਹਿ ਆਗੈ ਬਦਨ ਪਸਾਰ। ਜਿੱਥੇ ਕਬੀਰ ਜੀ ਨੇ ਆਪਣੇ ਸੰਬੰਧ ਵਿੱਚ ਕਿਹਾ, ਇਸ ਸ਼ਲੋਕ ਵਿੱਚ ਵੀ ਉਹ ਆਪਣੇ ਸੰਬੰਧ ਵਿੱਚ ਆਖਦੇ ਨੇ, ਕਬੀਰ ਕੂਕਰ ਰਾਮ ਕੋ, ਮੁਤੀਆ ਮੇਰੋ ਨਾਮ। ਜਿਵੇਂ ਕਿਸੇ ਨੇ ਕੁੱਤਾ ਪਾਲ ਲਿਆ ਹੋਵੇ, ਮੋਤੀ ਨਾਮ ਰੱਖ ਦਿੱਤਾ ਹੋਵੇ, ਪਰ ਅਵਾਰਾ ਕੂਕਰ ਦਾ ਕੋਈ ਨਾਮ ਨਹੀਂ ਹੁੰਦਾ, ਬੇਨਾਮ ਹੀ ਫਿਰਦੇ ਨੇ। ਜਿਸ ਨੂੰ ਮਾਲਕ ਪਾਲਦਾ ਹੈ ਉਹ ਉਸ ਦਾ ਨਾਮ ਰੱਖ ਦਿੰਦਾ ਹੈ, ਅਤੇ ਨਾਮ ਹਮੇਸ਼ਾ ਪਿਆਰ ਨਾਲ ਪਿਆਰਾ ਨਾਮ ਰੱਖਦਾ ਹੈ। ਮੋਤੀ ਜਾਂ ਕੋਈ ਵੀ ਰੱਖਿਆ, ਮਾਲਕ ਆਪਣੇ ਕੂਕਰ ਦਾ ਨਾਮ ਪ੍ਰੇਮ ਭਰੇ ਲਹਿਜੇ ਵਿੱਚ ਰੱਖੇਗਾ, ਔਰ ਕੂਕਰ ਵਫਾਦਾਰ ਹੈ ਜੋ ਮਾਲਕ ਦਾ ਬਣ ਗਿਆ ਹੈ। ਕਬੀਰ ਜੀ ਕਹਿੰਦੇ ਨੇ, ਮੈਂ ਵੀ ਰੱਬ ਦਾ ਕੂਕਰ ਬਣ ਗਿਆ। ਮੈਂ ਅਵਾਰਾ ਨਹੀਂ, ਪਟੇ ਵਾਲਾ ਹਾਂ। ਮੇਰਾ ਨਾਮ ਮੋਤੀ ਰੱਖ ਦਿੱਤਾ ਮਾਲਕ ਨੇ, ਕਿਉਂਕਿ ਮੇਰੇ ਪੱਲੇ ਉਸਨੇ ਆਪਣੀ ਬੰਦਗੀ ਦੇ ਮੋਤੀ ਪਾ ਦਿੱਤੇ। ਮਾਲਕ ਦੇ ਅੱਗੇ ਕੂਕਰ ਬਣਨਾ ਚਾਹੀਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਨੂੰ ਵੀ ਇਹ ਪ੍ਰੇਰਨਾ ਦਿੱਤੀ ਹੈ। ਉਹ ਕਹਿੰਦੇ ਨੇ, ਸੁਆਮੀ ਕੋ ਗ੍ਰਹਿ ਜਿਉ ਸਦਾ ਸਵਾਨ, ਤਜਤ ਨਹੀਂ ਨਿਤ। ਨਾਨਕ ਇਹ ਬਿਧ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਜਿਵੇਂ ਮਾਲਕ ਦਾ ਕੂਕਰ ਮਾਲਕ ਦਾ ਦਰ ਛੱਡਦਾ ਨਹੀਂ, ਟਿਕ ਕੇ ਬੈਠ ਜਾਂਦਾ ਹੈ, ਮੱਲ ਲੈਂਦਾ ਹੈ ਦਰ, ਇਉਂ ਪ੍ਰਮਾਤਮਾ ਨੂੰ ਭਜੋ। ਇੱਕ ਮਨ ਹੋਏ ਇੱਕ ਚਿੱਤ। ਉਸ ਅੱਗੇ ਸਮਰਪਿਤ ਹੋ ਜਾਓ ਸੰਪੂਰਨ ਤੌਰ 'ਤੇ। ਪ੍ਰਵਾਨ ਉਹੀ ਚੜੇ ਨੇ ਜੋ ਮਾਲਕ ਦੇ ਬਣ ਗਏ। ਸਤਿਗੁਰੂ ਅੱਗੇ ਸਿੱਖ ਇੰਝ ਵਿਕ ਜਾਏ, ਪੀਰ ਅੱਗੇ ਮੁਰੀਦ ਦਾ ਇਸ ਤਰ੍ਹਾਂ ਬਣ ਜਾਣਾ ਹੀ ਸੋਭਦਾ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਇਤਿਹਾਸ ਦੀ ਇੱਕ ਘਟਨਾ ਹੈ, ਜੋ ਉਹਨਾਂ ਨੇ ਇਸ਼ਾਰੇ ਮਾਤਰ ਆਪ ਲਿਖੀ ਵੀ। ਆਗਰੇ ਤੋਂ ਇੱਕ ਦੋਸਤ ਅਨੰਦਪੁਰ ਸਾਹਿਬ ਆਇਆ। ਪੁਰਾਣਾ ਵਾਕਿਫ ਸੀ ਭਾਈ ਨੰਦ ਲਾਲ ਜੀ ਦਾ, ਜਿਸ ਵੇਲੇ ਆਪ ਜੀ ਮੀਰ ਮੁਨਸ਼ੀ ਸਨ। ਮੁਲਾਕਾਤ ਹੋਈ, ਭਾਈ ਸਾਹਿਬ ਦੇ ਪਾਸ ਠਹਿਰਿਆ ਤੇ ਗੱਲਾਂ ਬਾਤਾਂ ਚੱਲੀਆਂ। ਪੁਰਾਣੀਆਂ ਵੀ ਆਗਰੇ ਦੀਆਂ ਘਟਨਾਵਾਂ ਵੀ ਯਾਦ ਕੀਤੀਆਂ। ਉਸਨੇ ਗੱਲਬਾਤ ਕਰਦਿਆਂ ਇੱਕ ਸਵਾਲ ਕਰ ਦਿੱਤਾ ਕਿ ਭਾਈ ਸਾਹਿਬ, ਤੁਸੀਂ ਮਹਾਂ ਵਿਦਵਾਨ ਹੋ, ਸਰਕਾਰੇ ਦਰਬਾਰੇ ਬੜਾ ਮਾਣ ਆਦਰ ਤੁਹਾਡਾ ਰਿਹਾ ਹੈ, ਤੁਸੀਂ ਛੱਡ ਕੇ ਆ ਗਏ, ਅਨੰਦਪੁਰ ਆ ਵਸੇ ਹੋ। ਇੱਥੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਾਸ ਕਿਹੜਾ ਖਿਤਾਬ ਮਿਲਿਆ, ਰੁਤਬਾ ਕੀ ਹੈ, ਤੁਹਾਡੀ ਪਦਵੀ ਕੀ ਹੈ? ਭਾਈ ਨੰਦ ਲਾਲ ਜੀ ਆਖਣ ਲੱਗੇ, ਮਿੱਤਰਾ ਜ਼ਰੂਰ ਪੁੱਛਣਾ ਹੀ, ਤਾਂ ਮੈਨੂੰ ਦੱਸਣ ਵਿੱਚ ਕੋਈ ਸੰਕੋਚ ਨਹੀਂ। ਬੜਾ ਵੱਡਾ ਰੁਤਬਾ ਮਿਲਿਆ ਹੈ ਮੈਨੂੰ। ਅੱਛਾ, ਕੀ ਖਿਤਾਬ ਹੈ? ਭਾਈ ਸਾਹਿਬ ਆਖਣ ਲੱਗੇ, ਮੈਂ ਇੱਥੇ ਆ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਕੂਕਰ ਬਣ ਗਿਆ। ਉਹ ਆਦਮੀ ਤਾਂ ਹੈਰਾਨੀ ਭਰੀਆਂ ਨਿਗਾਹਾਂ ਨਾਲ ਤੱਕਣ ਲੱਗਾ। ਹੱਦ ਹੋ ਗਈ, ਏਡਾ ਵਿਦਵਾਨ ਕੀ ਗੱਲ ਕਰ ਰਿਹਾ ਹੈ? ਸਰਕਾਰੇ ਦਰਬਾਰੇ ਇੰਨਾ ਮਾਣ ਪਾਉਣ ਵਾਲਾ ਦਸਮ ਪਾਤਸ਼ਾਹ ਕੋਲ ਆ ਕੇ ਕਹਿੰਦਾ, ਮੈਂ ਕੂਕਰ ਬਣ ਗਿਆ ਹਾਂ। ਉਸਨੇ ਆਖਿਆ, ਭਾਈ ਸਾਹਿਬ, ਜੋ ਲਫ਼ਜ਼ ਤੁਸਾਂ ਕਹੇ ਨੇ, ਇਹ ਮੇਰੇ ਨਾਲ ਮਜ਼ਾਕ ਕਰਦੇ ਹੋ? ਇਹ ਕੋਈ ਰੁਤਬਾ ਹੈ? ਤਾਂ ਭਾਈ ਸਾਹਿਬ ਆਖਣ ਲੱਗੇ, ਦੇਖ, ਮੈਂ ਮਜ਼ਾਕ ਨਹੀਂ ਕਰਦਾ, ਸੱਚ ਆਖਣਾ, ਅਤੇ ਤੇਰਾ ਭੁਲੇਖਾ ਦੂਰ ਕਰਦਿਆਂ ਮੈਂ ਉਹ ਕੂਕਰ ਨਹੀਂ ਜਿਹੜਾ ਅਵਾਰਾ ਹੁੰਦਾ। ਮੈਂ ਤੈਨੂੰ ਇਹ ਆਖਿਆ, ਮੈਂ ਗੁਰੂ ਗੋਬਿੰਦ ਸਿੰਘ ਦਾ ਕੂਕਰ ਬਣ ਗਿਆ।
ਮਾਲਕ ਦਾ ਬਣ ਗਿਆ, ਪਟੇ ਵਾਲਾ ਹਾਂ, ਦਾਗਿਆ ਹੋਇਆ ਹਾਂ। ਦਾਗਿਆ ਜਾਂਦਾ ਸੀ ਜਿਵੇਂ ਘੋੜੇ ਨੂੰ ਵੀ ਪੁਰਾਣੇ ਸਮਿਆਂ ਵਿੱਚ। ਉਹ ਨਿਸ਼ਾਨੀ ਸੀ ਇਹ ਕਿਸ ਦਾ ਹੈ। ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਹਾਂ। ਹੁਣ ਸਮਝ ਪਈ? ਉਸਨੇ ਆਖਿਆ ਸਮਝ ਤਾਂ ਪਈ, ਪਰ ਹੈ ਤਾਂ ਕੂਕਰ ਹੀ ਨਾ। ਇਹ ਕੋਈ ਰੁਤਬਾ ਹੋਇਆ? ਤੇ ਭਾਈ ਸਾਹਿਬ ਕਹਿਣ ਲੱਗੇ ਮੈਥੋਂ ਗਲਤ ਆਖਿਆ ਗਿਆ। ਬੜੀਆਂ ਅੱਖਾਂ ਟੱਡ ਕੇ ਉਸ ਮਿੱਤਰ ਨੇ ਦੇਖਿਆ ਕਿ ਹੁਣ ਟਿਕਾਣੇ ਆਏ, ਮੇਰੀ ਗੱਲ ਹੁਣ ਇਹਨਾਂ ਦੇ ਪੱਲੇ ਪਈ ਹੈ ਤੇ ਹੁਣ ਦੱਸਣਗੇ ਖਿਤਾਬ ਕੀ ਹੈ। ਭਾਈ ਸਾਹਿਬ ਆਖਣ ਲੱਗੇ ਨਹੀਂ, ਗਲਤ ਆਖਿਆ ਗਿਆ ਮਿੱਤਰਾ। ਛੋਟਾ ਮੂੰਹ ਵੱਡੀ ਗੱਲ ਕਰ ਬੈਠਾ ਹਾਂ। ਇਹ ਹੋਰ ਹੈਰਾਨ ਹੋਇਆ। ਛੋਟਾ ਮੂੰਹ ਵੱਡੀ ਗੱਲ? ਦੱਸ ਦਿਓ ਕਿ ਮੈਂ 10ਵੇਂ ਪਾਤਸ਼ਾਹ ਦਾ ਕੂਕਰ ਹਾਂ, ਇਹ ਕਿਹੜੀ ਵੱਡੀ ਗੱਲ ਹੋਈ? ਭਾਈ ਸਾਹਿਬ ਆਖਣ ਲੱਗੇ ਨਹੀਂ, ਮੈਂ ਦਰਅਸਲ ਗੁਰੂ ਗੋਬਿੰਦ ਸਿੰਘ ਜੀ ਦੇ ਕੂਕਰਾਂ ਦਾ ਵੀ ਕੂਕਰ ਹਾਂ। ਹੁਣ ਹੋਰ ਹੈਰਾਨੀ ਦੀ ਗੱਲ ਸੀ। ਉਸਨੂੰ ਕੁਝ ਔੜਿਆ ਨਾ। ਉਹਨੇ ਆਖਿਆ ਕੂਕਰਾਂ ਨੂੰ ਤਾਂ ਮਾਲਕ ਚਲੋ ਭੋਜਨ ਸਮੇਂ ਸਿਰ ਦੇ ਦਿੰਦਾ ਹੈ, ਤੇ ਕੂਕਰਾਂ ਦੇ ਕੂਕਰ ਨੂੰ ਕੀ ਮਿਲਦਾ ਹੋਵੇਗਾ? ਤੇ ਭਾਈ ਸਾਹਿਬ ਆਖਣ ਲੱਗੇ ਮਿਲਦਾ ਹੈ। 10ਵੇਂ ਪਾਤਸ਼ਾਹ ਭੋਜਨ ਛਕਣ ਤੇ ਕੋਈ ਭੋਰਾ ਡਿੱਗ ਪਏ ਨਾ ਮੈਨੂੰ, ਉਹ ਮਿਲ ਜਾਏ ਤੇ 36 ਪ੍ਰਕਾਰ ਦੇ ਪਦਾਰਥਾਂ ਨਾਲੋਂ ਮੇਰੇ ਲਈ ਉਹ ਉੱਤਮ ਹੈ। ਤੇ ਮੈਂ ਜਾਨ ਉਸ ਮਾਲਕ ਤੋਂ ਕੁਰਬਾਨ ਕਰਦਾ ਹਾਂ। ਹਰ ਵੇਲੇ ਸੀਸ ਉਹਨਾਂ ਦੇ ਕਦਮਾਂ ਲਈ ਨਿਸ਼ਾਵਰ ਹੈ। ਭਾਈ ਸਾਹਿਬ ਨੇ ਉਹ ਪੰਕਤੀਆਂ ਆਪਣੇ ਕਲਾਮ ਵਿੱਚ ਲਿਖ ਵੀ ਦਿੱਤੀਆਂ। ਕਹਿਣ ਲੱਗੇ ਲਾਲ ਸਗ ਗੁਲਾਮ ਗੁਰ ਗੋਬਿੰਦ ਸਿੰਘ। ਸਗ ਦਾ ਮਤਲਬ ਹੈ ਕੂਕਰ। ਲਾਲ ਸਗ ਗੁਲਾਮ ਗੁਰ ਗੋਬਿੰਦ ਸਿੰਘ ਦਾਗਦਾਰੇ ਨਾਮ ਗੁਰ ਗੋਬਿੰਦ ਸਿੰਘ। ਤੇ ਅੱਗੇ ਆਖਿਆ ਕਮਤਰੀ ਜ਼ੇ ਸਗਾਨ ਗੁਰ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਦੇ ਕੂਕਰਾਂ ਦਾ ਵੀ ਕੂਕਰ। ਕਮਤਰੀ ਜ਼ੇ ਸਗਾਨ ਗੁਰ ਗੋਬਿੰਦ ਸਿੰਘ ਰੇਜ਼ਾ ਚੀਨ ਖਾਨ ਗੁਰ ਗੋਬਿੰਦ ਸਿੰਘ। 10ਵੇਂ ਪਾਤਸ਼ਾਹ ਦੇ ਭੋਜਨ ਚੋਂ ਡਿੱਗਿਆ ਕੋਈ ਪੋਰਾ ਕਿਣਕਾ ਮਿਲ ਜਾਏ, ਉਹ ਚੁੱਗ ਕੇ ਖਾ ਲਵਾਂ ਤੇ ਮੈਂ ਤ੍ਰਿਪਤ ਹੋ ਜਾਂਦਾ। ਐਸੀ ਬਿਰਤੀ ਚਾਹੀਦੀ ਹੈ। ਬਾਦ ਜਾਨਸ਼ ਫਿਦਾਏ ਗੁਰ ਗੋਬਿੰਦ ਸਿੰਘ ਫਰਕ ਉਹ ਬਰ ਪਾਏ ਗੁਰ ਗੋਬਿੰਦ ਸਿੰਘ। ਐ ਪ੍ਰਭੂ ਮੇਰੀ ਜਾਨ ਮੇਰੇ ਗੁਰੂ ਤੋਂ ਕੁਰਬਾਨ ਹੋ ਜਾਏ, ਸੀਸ ਗੁਰੂ ਦੇ ਚਰਨਾਂ ਤੇ ਝੁਕਿਆ ਰਹੇ। ਇਉਂ ਕੂਕਰ ਬਣਿਆ ਜਾਂਦਾ ਹੈ। ਇਸ ਦੀ ਫਿਰ ਕਦਰ ਹੈ। ਗੁਰੂ ਤੇਗ ਬਹਾਦਰ ਸਾਹਿਬ ਐਸੇ ਕੂਕਰ ਬਣਨ ਦੀ ਇਨਸਾਨ ਨੂੰ ਪ੍ਰੇਰਨਾ ਦਿੰਦੇ ਨੇ। ਸੁਆਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ। ਕਬੀਰ ਜੀ ਕਹਿੰਦੇ ਨੇ ਮੈਂ ਤਾਂ ਐਸਾ ਹੀ ਬਣ ਗਿਆ। ਕਬੀਰ ਕੂਕਰ ਰਾਮ ਕੋ ਮੁਤਿਆ ਮੇਰੋ ਨਾਮ। ਮੋਤੀ ਮੇਰਾ ਨਾਮ ਰੱਖ ਦਿੱਤਾ ਗਿਆ। ਗਲੇ ਹਮਾਰੇ ਜੇਵਰੀ। ਪਿਆਰ ਨਾਲ ਮੇਰਾ ਮਾਲਕ ਮੈਨੂੰ ਬੁਲਾਉਂਦਾ ਹੈ, ਦੁਨੀਆ ਵੀ ਬੁਲਾਉਂਦੀ ਹੈ। ਮੇਰੇ ਗਲੇ ਹੈ ਉਸ ਦੇ ਹੁਕਮ ਦੀ ਰੱਸੀ। ਗਲੇ ਹਮਾਰੇ ਜੇਵਰੀ ਜਹ ਖਿੰਚੈ ਤਹ ਜਾਉ। ਮੈਂ ਆਪਣੀ ਮਰਜ਼ੀ ਨਹੀਂ ਰੱਖੀ ਹੋਈ। ਜਿੱਧਰ ਮੈਨੂੰ ਖਿੱਚਦਾ ਹੈ ਉੱਧਰ ਮੈਂ ਚਲਿਆ ਜਾਂਦਾ। ਭਗਤ ਰਜ਼ਾ ਵਿੱਚ ਰਾਜ਼ੀ ਰਹਿੰਦਾ ਹੈ। ਅੱਜ ਦੇ ਆਖਰੀ ਸ਼ਲੋਕ ਅੰਦਰ 75 ਨੰਬਰ ਸ਼ਲੋਕ ਵਿੱਚ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵਹਿ ਲੋਏ, ਹਿਰਦੈ ਰਾਮ ਨ ਚੇਤ ਹੀ ਇਹ ਜਪਨੀ ਕਿਆ ਹੋਏ। ਲੱਕੜੀ ਦੀ ਮਾਲਾ ਹੱਥ ਵਿੱਚ ਲੈ ਕੇ, ਭਾਵੇਂ ਉਹ ਰੁਦਰਾਕਸ਼ ਦੀ ਹੈ, ਭਾਵੇਂ ਤੁਲਸੀ ਦੀ ਹੈ, ਭਾਵੇਂ ਚੰਦਨ ਦੀ ਹੈ, ਹੱਥ ਵਿੱਚ ਲੈ ਕੇ ਲੋਕਾਂ ਨੂੰ ਕੀ ਦਿਖਾਉਂਦਾ ਫਿਰਦਾ ਹੈ। ਹਾਂ, ਸਬਕ ਲੈਣ ਲਈ, ਸ਼ੁਰੂਆਤ ਲਈ ਚਲੋ ਮਾਲਾ ਯਾਦ ਕਰਵਾਉਂਦੀ ਏ ਰੱਬ ਨੂੰ, ਤੂੰ ਚੇਤੇ ਕਰਦਾ ਸੈਂ, ਪਰ ਸਾਰੀ ਉਮਰ ਮਾਲਾ ਹੀ ਹੱਥ ਪਹਿਲੀ ਕਲਾਸ ਵਿੱਚ ਹੀ ਬੈਠਾ ਰਹੇਗਾ। ਇਹ ਸਬਕ ਤੇਰੇ ਅੰਦਰ ਪੱਕਿਆ ਨਹੀਂ। ਲੋਕਾਂ ਨੂੰ ਦਿਖਾਉਂਦਾ ਹੈ ਮਾਲਾ। ਇਸ ਗੱਲ ਤੋਂ ਦੁਨੀਆ ਦੇ ਕੁਝ ਬੰਦਿਆਂ ਨੇ ਇੱਕ ਹੋਰ ਗੱਲ ਕੱਢ ਲਈ। ਉਹ ਗੋਮੁਖੀ ਪਾਸ ਰੱਖਦੇ, ਇੱਕ ਝੋਲਾ ਜਿਹਾ, ਮਾਲਾ ਉਸ ਦੇ ਵਿੱਚ,
ਉਸ ਵਿੱਚ ਹੱਥ ਪਾ ਕੇ ਕਿ ਮਾਲਾ ਦਿਖਾਉਣੀ ਨਹੀਂ, ਇਹ ਦਿਖਾਵਾ ਬਣ ਜਾਏਗੀ। ਤੂੰ ਮਾਲਾ ਦਿਖਾਉਣੀ ਨਹੀਂ ਤੇ ਜਿਹੜਾ ਮਾਲਾ ਤੋਂ ਵੱਡਾ ਝੋਲਾ ਹੱਥ ਵਿੱਚ ਫੜਿਆ ਹੋਇਆ ਹੈ ਉਹ ਲੋਕਾਂ ਨੂੰ ਦਿਸਦਾ ਹੈ, ਪਤਾ ਲੱਗਦਾ ਹੈ ਤੂੰ ਕੀ ਕਰ ਰਿਹਾ ਹੈ ਇਹ ਵੀ ਦਿਖਾਵਾ ਹੀ। ਕਬੀਰ ਜੀ ਕਹਿੰਦੇ ਨੇ ਬੰਦਗੀ ਕੋਈ ਦਿਖਾਵਾ ਨਹੀਂ। ਇਹ ਕਾਠ ਦੀ, ਤੁਲਸੀ, ਰੁਦਰਾਖ ਜਾਂ ਚੰਦਨ ਦੀ ਮਾਲਾ ਹੱਥ ਵਿੱਚ ਫੜ ਕੇ ਲੋਕਾਂ ਨੂੰ ਕੀ ਦਿਖਾਉਂਦਾ ਹੈ? ਹਿਰਦੈ ਰਾਮ ਨ ਚੇਤਹੀ, ਇਹ ਜਪਨੀ ਕਿਆ ਹੋਏ। ਹਿਰਦੇ ਅੰਦਰ ਹਰੀ ਨੂੰ ਜਪਦਾ ਨਹੀਂ ਤੇ ਇਸ ਜਪਨੀ ਨੂੰ, ਮਾਲਾ ਨੂੰ ਹੱਥ ਵਿੱਚ ਫੜਨ ਦਾ ਅਰਥ ਕੀ ਹੈ? ਸਤਿਗੁਰੂ ਜੀ ਨੇ ਆਖਿਆ ਹੈ, ਹਰ ਹਰ ਕਰਹਿ ਨਿਤ ਕਪਟ ਕਮਾਵਹਿ, ਹਿਰਦਾ ਸੁਧ ਨ ਹੋਈ। ਅਨ ਦਿਨ ਕਰਮ ਕਰਹਿ ਬਹੁ ਤੇਰੇ, ਸੁਪਨੇ ਸੁਖ ਨ ਹੋਈ। ਪੰਚਮ ਪਾਤਸ਼ਾਹ ਨੇ ਆਖਿਆ, ਮੇਰੇ ਪਾਸ ਵੀ ਮਾਲਾ ਹੈ ਪਰ ਉਹ ਬੰਦਗੀ ਹੀ ਮੇਰੀ ਮਾਲਾ ਹੈ। ਹਰ ਹਰ ਅੱਖਰ ਦੋਏ ਇਹ ਮਾਲਾ, ਜਪਤ ਜਪਤ ਪਏ ਦੀਨ ਦਇਆਲਾ। ਇਉਂ ਜਪਦਿਆਂ ਜਪਦਿਆਂ ਦੀਨਾਂ ਤੇ ਦਇਆ ਕਰਨ ਵਾਲੇ ਮਾਲਕ ਦਾ ਰੂਪ ਹੀ ਹੋ ਨਿਬੜਿਆ। ਜਿਸ ਨੇ ਇਹ ਮਾਲਾ ਹਿਰਦੇ ਵਿੱਚ ਧਾਰਨ ਕਰ ਲਈ, ਹਰ ਮਾਲਾ ਔਰ ਅੰਤਰ ਧਾਰੈ, ਜਨਮ ਮਰਨ ਕਾ ਦੁਖ ਨਿਵਾਰੈ। ਹਿਰਦੈ ਸੰਭਾਲੈ, ਮੁਖ ਹਰ ਹਰ ਬੋਲੈ, ਸੋ ਜਨ ਇਤ ਉਤ ਕਤਹਿ ਨ ਡੋਲੈ। ਪੂਰਾ ਸ਼ਬਦ ਹੈ ਪੰਚਮ ਪਾਤਸ਼ਾਹ ਦਾ ਰਾਗ ਆਸਾ ਵਿੱਚ। ਹਰ ਹਰ ਅੱਖਰ ਦੋਏ ਇਹ ਮਾਲਾ, ਜਪਤ ਜਪਤ ਭਏ ਦੀਨ ਦਇਆਲਾ। ਕਰੋ ਬੇਨਤੀ ਸਤਿਗੁਰ ਆਪਣੀ, ਕਰ ਕਿਰਪਾ ਰਾਖੋ ਸ਼ਰਨਾਈ। ਮੋਕੋ ਦੇਹੋ ਹਰੇ ਹਰ ਜਪਨੀ, ਮੈਨੂੰ ਇਹ ਮਾਲਾ ਬਖਸ਼ੋ, ਹਰੀ ਨਾਮ ਅੰਦਰ ਵਸ ਜਾਏ। ਹਰ ਮਾਲਾ ਔਰ ਅੰਤਰ ਧਾਰੈ, ਜਨਮ ਮਰਨ ਕਾ ਦੁਖ ਨਿਵਾਰੈ। ਹਿਰਦੈ ਸੰਭਾਲੈ, ਮੁਖ ਹਰ ਹਰ ਬੋਲੈ, ਸੋ ਜਨ ਇਤ ਉਤ ਕਤਹਿ ਨ ਡੋਲੈ। ਕਹੋ ਨਾਨਕ ਜੋ ਰਾਚੈ ਨਾਏ, ਹਰ ਮਾਲਾ ਤਾਕੈ ਸੰਗ ਜਾਏ। ਦੁਨੀਆ ਦੀ ਮਾਲਾ ਤੇ ਇੱਥੇ ਹੀ ਰਹਿ ਜਾਂਦੀ ਏ, ਪਰ ਜੋ ਰਚ ਵਿੱਚ ਗਏ ਪ੍ਰਭੂ ਨਾਮ ਵਿੱਚ, ਇਹ ਮਾਲਾ ਉਹਨਾਂ ਦੇ ਨਾਲ ਨਿਭ ਗਈ। ਕਬੀਰ ਜੀ ਕਹਿੰਦੇ ਨੇ, ਮਾਲਾ ਕੋਈ ਦਿਖਾਵਾ ਨਾ ਬਣਾਓ। ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵਹਿ ਲੋਏ, ਹਿਰਦੈ ਰਾਮ ਨ ਚੇਤਹੀ, ਇਹ ਜਪਨੀ ਕਿਆ ਹੋਏ। ਜੇ ਪ੍ਰਭੂ ਨੂੰ ਹਿਰਦੇ ਵਿੱਚ ਨਹੀਂ ਵਸਾਇਆ ਤਾਂ ਹੱਥ ਵਿੱਚ ਫੜੀ ਹੋਈ ਮਾਲਾ ਦਾ ਮੁੱਲ 2 ਕੌਡੀ ਨਹੀਂ। ਕੀ ਇਸ ਦਾ ਅਰਥ ਹੋਵੇਗਾ? ਕਿਸ ਕੰਮ ਆਏਗੀ? ਹਿਰਦੇ ਵਿੱਚ ਵਸਾ ਉਸ ਹਰੀ ਦੇ ਨਾਮ ਨੂੰ, ਤਾਂ ਕਿ ਤੇਰਾ ਪਾਰ ਉਤਾਰਾ ਹੋ ਸਕੇ। ਵਾਹਿਗੁਰੂ ਜੀ ਕਿਰਪਾ ਕਰਨ, ਅਸੀਂ ਭਗਤ ਕਬੀਰ ਜੀ ਦੇ ਉਪਦੇਸ਼ ਨੂੰ ਹਿਰਦੇ ਵਿੱਚ ਵਸਾ ਕੇ ਗੁਣ ਗ੍ਰਾਹਕ ਬਣ ਕੇ ਬੰਦਗੀ ਦਾ ਗੁਣ ਪੱਲੇ ਬੰਨ੍ਹ ਭਗਵਾਨ ਨਾਲ ਜੁੜ ਇਨਸਾਨ ਅਖਵਾਉਣ ਦੇ ਹੱਕਦਾਰ ਬਣ ਸਕੀਏ। ਭੁੱਲਾਂ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।